ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਯੂਰਪ, ਯੂਕੇ ਅਤੇ DM ਗਲੋਬਲ ਦੇ ਮਾਧਿਅਮ ਤੋਂ ਪ੍ਰਸਾਰਨ ਕੀਤਾ ਜਾ ਰਿਹਾ ਲੋਟਸ TV ਦੇ ਦਰਸ਼ਕਾਂ ਦਾ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਸੇਵਾ ਧਰਮਪਾਲ ਬੰਗੜ ਜੀ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਇਸ ਮਹੀਨੇ ਦੇ ਸਾਰੇ ਜੋ ਪ੍ਰੋਗਰਾਮ ਹਨ ਉਹ ਤਥਾਗਤ ਬੁੱਧ, ਉਹਨਾਂ ਦੀ ਜੀਵਨੀ, ਉਹਨਾਂ ਦਾ ਧੰਮ ਉੱਤੇ ਅਸੀਂ ਕਰ ਰਹੇ ਹਾਂ, ਕਿਉਂਕਿ 21 ਮਈ ਨੂੰ ਤਥਾਗਤ ਬੁੱਧ ਦਾ ਜਨਮ, ਉਹਨਾਂ ਦਾ ਗਿਆਨ ਅਤੇ ਉਹਨਾਂ ਦਾ ਪਰਿਨਿਰਵਾਣ ਇੱਕ ਦਿਨ ਹੀ ਹੁੰਦਾ ਹੈ। ਸੋ ਇਸ ਚਰਚਾ ਦੇ ਜੋ ਚੱਲ ਰਹੀ ਹੈ ਉਸ ਦੇ ਵਿੱਚ ਹਿੱਸਾ ਲੈਣ ਵਾਸਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਹਨ ਦੇਵਲਾਲ ਸੁਮਨ ਜੀ। ਸੁਮਨ ਜੀ, ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਥੈਂਕ ਯੂ ਚਲੀ ਸਾਹਿਬ। ਸਭ ਤੋਂ ਪਹਿਲਾਂ ਮੈਂ ਯੂਕੇ, ਯੂਰਪ ਅਤੇ ਹੋਰ ਜਿੱਥੇ ਵੀ ਲੋਟਸ TV ਜੋ DM ਗਲੋਬਲ ਦੇ ਮਾਧਿਅਮ ਤੋਂ ਜਾ ਰਿਹਾ ਹੈ ਉਹ ਸਾਰੇ ਦਰਸ਼ਕਾਂ ਨੂੰ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਜਿਸ ਤਰ੍ਹਾਂ ਕਿ ਤਥਾਗਤ ਬੁੱਧ ਨੂੰ ਗਿਆਨ ਤੋਂ ਬਾਅਦ ਉਹਨਾਂ ਨੇ ਆਪਣਾ ਸੰਘ ਬਣਾ ਲਿਆ ਔਰ ਸੰਘ ਦੇ ਵਿੱਚ ਉਹ ਲੋਕਾਂ ਨੂੰ ਦੀਕਸ਼ਿਤ ਕਰ ਰਹੇ ਹਨ। ਸੋ ਫਾਰ ਜੋ ਆਪਣੀ ਗੱਲ ਚੱਲ ਰਹੀ ਸੀ ਉਹ ਰਾਜਾ ਪ੍ਰਸੰਨਜਿਤ ਦੀ ਧੰਮ ਦੀਕਸ਼ਾ ਤੱਕ ਆਪਣੀ ਗੱਲ ਜਿਹੜੀ ਗਈ ਸੀਗੀ। ਹੁਣ ਤੁਸੀਂ ਜੀਵਕ ਦੀ ਧੰਮ ਸਿੱਖਿਆ ਬਾਰੇ ਸਾਨੂੰ, ਸਾਡੇ ਦਰਸ਼ਕਾਂ ਨੂੰ ਦੱਸੋਗੇ? ਥੈਂਕ ਯੂ ਚਲੀ ਸਾਹਿਬ। ਅਤੇ ਜਿਸ ਤਰ੍ਹਾਂ ਕਿ ਚਲੀ ਸਾਹਿਬ ਨੇ ਦੱਸਿਆ ਕਿ ਹੁਣ ਜੋ ਬੁੱਧ ਤਥਾਗਤ ਬੁੱਧ ਆ ਉਹ ਆਪਣੇ ਧੰਮ ਦਾ ਪ੍ਰਚਾਰ ਸੰਘ ਦੇ ਮਾਧਿਅਮ ਤੋਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ। ਹੁਣ ਮਤਲਬ ਰਾਜੇ, ਮਹਾਰਾਜੇ ਉਹਦੇ ਵਿੱਚ ਸ਼ਾਮਲ ਹੋ ਰਹੇ, ਉਹਨਾਂ ਨੇ ਦੀਕਸ਼ਾ ਹੋਈਆਂ। ਜਿੱਦਾਂ ਤੁਸੀਂ ਦੱਸਿਆ ਕਿ ਬਿੰਬੀਸਾਰ, ਰਾਜਾ ਬਿੰਬੀਸਾਰ ਅਤੇ ਰਾਜਾ ਪ੍ਰਸੰਨਜਿਤ ਦੀ ਦੀਕਸ਼ਾ ਹੋਈ ਆ ਜੀ। ਉਹਦੇ ਨਾਲ ਨਾਲ ਫਿਰ ਦੂਸਰੇ ਜਿਹੜੇ ਲੋਕ ਆ ਉਹਨਾਂ ਦੀ ਵੀ ਨਾਲੋਂ ਨਾਲ ਮਤਲਬ ਪ੍ਰਚਾਰ ਦੇ ਨਾਲ ਉਹਨਾਂ ਦੇ ਨਾਲ ਦੀਕਸ਼ਾ ਹੋ ਰਹੀਆਂ। ਅਤੇ ਇੱਥੇ ਜੀਵਕ ਦੀ ਹੁਣ ਤੁਸੀਂ ਗੱਲ ਕੀਤੀ ਆ ਜੀ, ਬੜੀ ਹੀ ਬਹੁਤ ਹੀ ਰੌਚਿਕ ਜੀਵਕ ਬਾਰੇ ਕਹਾਣੀ ਆ ਜੀ। ਕਿਉਂਕਿ ਜੀਵਕ ਜੋ ਹੈ ਉਹਦਾ ਨਾਂ ਜੀਵਕ ਜੋ ਇਹ ਇੱਕ ਜੋ ਰਾਜਗ੍ਰਹਿ ਦੇ ਵਿੱਚ ਇੱਕ ਔਰਤ ਇੱਕ ਬੱਚੇ ਨੂੰ ਜਨਮ ਦੇ ਕੇ ਜੀ ਤਾਂ ਕੁਛ ਸਥਿਤੀਆਂ ਕਾਰਨ ਅਤੇ ਉਹਨੂੰ ਇੱਕ ਕਚਰੇ ਦੇ ਟੋਕਰੀ ਦੇ ਵਿੱਚ ਕਚਰੇ ਦੇ ਢੇਰ ਦੇ ਉੱਪਰ ਸੁੱਟ ਜਾਂਦੇ ਆ ਜੀ। ਜਦੋਂ ਸੁਬਾਹ ਲੋਕ ਇਕੱਠੇ ਹੋਏ ਤਾਂ ਉਹਨਾਂ ਨੂੰ ਪਤਾ ਲੱਗਾ ਅਤੇ ਉਹ ਸਾਰੇ ਇਕੱਠੇ ਹੋ ਜਾਂਦੇ ਉੱਥੇ ਦੇਖਦੇ ਆ। ਅਤੇ ਇਸੇ ਤਰ੍ਹਾਂ ਰਾਜਕੁਮਾਰ ਇੱਕ ਉੱਥੇ ਦਾ ਅਤੇ ਉਦੋਂ ਉੱਥੋਂ ਦੀ ਲੰਘਦਾ, ਉਹਨਾਂ ਦਾ ਨਾਂ ਅਵੈ ਹੈ ਜੀ। ਤਾਂ ਉਹ ਜਦੋਂ ਦੇਖਦਾ ਤਾਂ ਉਹਨਾਂ ਨੂੰ ਦੇਖ ਕੇ ਤਾਂ ਉਹਨਾਂ ਨੂੰ ਪੁੱਛਦਾ ਵੀ ਇਹ ਕੀ ਹੈ, ਅਤੇ ਉਹ ਦੱਸਦੇ ਕਿ ਇਹ ਬੱਚਾ ਹਜੇ ਜੀਵਤ ਹੈ ਜੀ। ਅਤੇ ਇਸ ਕਰਕੇ ਫਿਰ ਉਹਦਾ ਨਾਂ ਜਿਹੜਾ ਆ ਜੀਵਕ ਰੱਖ ਦਿੱਤਾ ਜਾਂਦਾ ਜੀ। ਉਹਦਾ ਫਿਰ ਜੋ ਪਾਲਣ ਪੋਸ਼ਣ ਹੈ ਉਹ ਜੋ ਰਾਜਕੁਮਾਰ ਭੈ ਆ ਉਹਨਾਂ ਨੇ ਆਪਣੇ ਰਾਜ ਮਹਿਲਾਂ ਦੇ ਵਿੱਚ ਲਿਜਾ ਕੇ ਉਹਨੂੰ ਅਪਣਾ ਕੇ ਉਹਨੂੰ ਗੋਦ ਲੈ ਲਿਆ ਅਤੇ ਉਹਦਾ ਪਾਲਣ ਪੋਸ਼ਣ ਸਾਰਾ ਉਹਨਾਂ ਨੇ ਕੀਤਾ ਜੀ। ਅਤੇ ਜਦੋਂ ਜੀਵਕ ਵੱਡਾ ਹੋ ਜਾਂਦਾ ਅਤੇ ਉਹਨੂੰ ਫਿਰ ਪਤਾ ਲੱਗਦਾ ਕਿ ਮੇਰੀ ਜਾਨ ਜਿਹੜੀ ਆ ਅਵੈ ਰਾਜਕੁਮਾਰ ਨੇ ਬਚਾਈ ਸੀ। ਅਤੇ ਉਹਦੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੁੰਦੀ ਕਿ ਕਿਉਂ ਨਹੀਂ ਮੈਂ ਵੀ ਹੁਣ ਮਾਨਵਤਾ ਦੇ ਲਈ ਕੰਮ ਕਰਾਂ, ਮੈਂ ਵੀ ਦੂਸਰਿਆਂ ਦੀਆਂ ਜਾਨਾਂ ਬਚਾਉਣ ਦੀ ਉਹਦੇ ਵਿੱਚ ਇੱਛਾ ਪੈਦਾ ਹੋਈ ਜੀ। ਤਾਂ ਉਹ ਫਿਰ ਅਵੈ ਨੂੰ ਦੱਸੇ ਬਗੈਰ ਅਤੇ ਉਹ ਤਕਸ਼ਲਾ ਯੂਨੀਵਰਸਿਟੀ ਜੋ ਆਪਾਂ ਗੱਲ ਕਰਦੇ ਹਾਂ ਕਿ ਬੁੱਧਾ ਦੀਆਂ 2 ਯੂਨੀਵਰਸਿਟੀਆਂ ਬੁੱਧਾ ਦੇ ਸਮੇਂ ਦੀਆਂ, ਨਾਲੰਦਾ ਯੂਨੀਵਰਸਿਟੀ ਜੀ, ਤਕਸ਼ਲਾ ਯੂਨੀਵਰਸਿਟੀ ਜੀ। ਤਕਸ਼ਲਾ ਯੂਨੀਵਰਸਿਟੀ ਜੋ ਆ ਅੱਜ ਕੱਲ੍ਹ ਸਾਡੇ ਮੌਜੂਦਾ ਪਾਕਿਸਤਾਨ ਦੇ ਵਿੱਚ ਆ, ਨਾਲੰਦਾ ਯੂਨੀਵਰਸਿਟੀ ਜਿਹੜੀ ਭਾਰਤ ਦੇ ਵਿੱਚ ਆ ਜੀ। ਉਸ ਯੂਨੀਵਰਸਿਟੀ ਦੇ ਵਿੱਚੋਂ ਉਹਨਾਂ ਨੇ 7 ਸਾਲ ਟ੍ਰੇਨਿੰਗ ਲਈ, ਇੱਕ ਵੈਦ ਦੀ ਟ੍ਰੇਨਿੰਗ ਜੀ, ਮੈਡੀਕਲ ਪ੍ਰੋਫੈਸ਼ਨ ਦੀ ਟ੍ਰੇਨਿੰਗ ਜੀ। ਉਸ ਤੋਂ ਬਾਅਦ ਫਿਰ ਉਹਨੇ ਆਪਣਾ ਮਤਲਬ ਇੱਕ ਵੈਦ ਹਿਕਮਤ ਦਾ ਧੰਦਾ ਸ਼ੁਰੂ ਕਰ ਲਿਆ ਜੀ। ਅਤੇ ਉਹਦੇ ਵਿੱਚ ਫਿਰ ਸਾਰਿਆਂ ਦੀ ਮਾਨਵਤਾ ਦੀ ਸੇਵਾ ਕਰਨੀ ਸ਼ੁਰੂ ਕੀਤੀ। ਦੇਖੋ ਉਹਨਾਂ ਨੇ ਉਹਨੂੰ ਰੀਅਲਾਈਜ਼ ਕੀਤਾ ਜੀ, ਜਿੱਦਾਂ ਬਾਬਾ ਸਾਹਿਬ ਕਹਿੰਦੇ ਆ ਕਿ ਪੇ ਬੈਕ ਟੂ ਦੀ ਸੁਸਾਇਟੀ ਜੀ। ਅਤੇ ਇਹ ਦੇਖੋ ਅੱਜ ਤੋਂ 2500 ਸਾਲ ਪਹਿਲਾਂ ਤੋਂ ਬੁੱਧ ਦੇ ਸਮੇਂ ਦੀ ਗੱਲ ਜੀ। ਅਤੇ ਉਹ ਇੱਕ ਜੀਵਕ ਨੇ ਇਹ ਲੈ ਲਿਆ ਕਿ ਮੈਂ ਅੱਜ ਮਾਨਵਤਾ ਦੀ ਸੇਵਾ ਕਰਨੀ ਹੈ ਜੀ। ਇਸ ਤਰ੍ਹਾਂ ਸਮੇਂ ਦੀ ਗੱਲ ਹੈ ਕਿ ਰਾਜਗ੍ਰਹਿ ਦੀ ਇੱਕ ਸੇਠ ਦੀ ਪਤਨੀ ਬਹੁਤ ਬਿਮਾਰ ਸੀ, ਜਿਹਦਾ ਕਿ ਇਲਾਜ ਨਹੀਂ ਹੋ ਰਿਹਾ ਸੀ ਜੀ। ਉਹਦਾ ਇਲਾਜ ਫਿਰ ਜੀਵਕ ਨੇ ਕੀਤਾ ਜੀ। ਅਤੇ ਉਹਨੂੰ ਇਨਾਮ ਦੇ ਵਿੱਚ ਕਾਫੀ ਮਤਲਬ ਧਨ ਦੌਲਤ ਮਿਲੀ ਜੀ। ਅਤੇ ਇਸ ਤਰ੍ਹਾਂ ਕੰਮ ਕਰਦੇ ਕਰਦੇ ਫਿਰ ਆਪਣੇ ਰਾਜਗ੍ਰਹਿ ਦੇ ਵਿੱਚ ਇੱਕ ਸੇਠ ਸੀ ਜੀ। ਅਤੇ ਉਹਨਾਂ ਦਾ ਮਤਲਬ ਇੱਕ ਦਿਮਾਗੀ ਸੀ ਅਤੇ ਉਹਨਾਂ ਦੀ ਖੋਪੜੀ ਦਾ ਆਪਰੇਸ਼ਨ ਅਗਰ ਜੇ ਦੇਖਿਆ ਜਾਵੇ
ਅੱਜ ਤੋਂ 2500 ਸਾਲ ਪਹਿਲਾਂ ਜਿਹੜੀ ਸਰਜਰੀ ਆ ਜੀ ਉਹ ਜੀਵਕ ਬੁੱਧਾ ਦੇ ਸਮੇਂ ਤੋਂ ਸ਼ੁਰੂ ਹੋਈ ਆ, ਤਕਸ਼ਲਾ ਯੂਨੀਵਰਸਿਟੀ ਤੋਂ। ਜੀ ਤੇ ਉਹਨਾਂ ਨੇ ਉਹਦਾ ਆਪਰੇਸ਼ਨ ਕਰਕੇ ਉਹਦਾ ਇਲਾਜ ਕੀਤਾ। ਜੀ ਤੇ ਉਹਦੇ ਇਕੱਲਾ ਇਹ ਹੀ ਨਹੀਂ, ਉਹਨਾਂ ਦਾ ਜਿਹੜਾ ਬੇਟਾ ਸੀ ਉਹਨੂੰ ਇੱਕ ਪੈਂਕਰੀਆਸ ਦੀ ਪ੍ਰੋਬਲਮ ਸੀ, ਜਿਨ੍ਹਾਂ ਨੂੰ ਆਪਾਂ ਨਾੜਾਂ ਦੀ ਬਿਮਾਰੀ ਕਹਿੰਦੇ ਆ। ਜੀ ਉਹਦਾ ਆਪਰੇਸ਼ਨ ਕਰਕੇ ਉਹਨਾਂ ਨੇ ਉਹਨਾਂ ਨੂੰ ਠੀਕ ਕੀਤਾ। ਤੇ ਇਸ ਤਰ੍ਹਾਂ ਉਹਨਾਂ ਦੀ ਕਾਫੀ ਮਤਲਬ ਉਹਨਾਂ ਦੀ ਜਿਹੜੀ ਪਬਲਿਸਿਟੀ ਸੀਗੀ ਜੀ ਉਹ ਕਾਫੀ ਉਹਨਾਂ ਨੂੰ ਮਿਲੀ। ਤੇ ਉਸ ਸਮੇਂ ਦੀ ਗੱਲ ਹੈ ਕਿ ਜਿਹੜੇ ਰਾਜਾ ਬਿੰਬੀਸਰ ਸੀ, ਜੀ ਉਹਨਾਂ ਨੂੰ ਵੀ ਇੱਕ ਬਹੁਤ ਭਿਆਨਕ ਰੋਗ ਸੀ। ਜੀ ਤਾਂ ਉਹਨਾਂ ਦਾ ਇਲਾਜ ਵੀ ਜੀਵਕ ਨੇ ਕੀਤਾ। ਜੀ ਤੇ ਇਸ ਕਰਕੇ ਉਹ ਰਾਜਾ ਨੇ ਫਿਰ ਬਿੰਬੀਸਰ ਨੇ ਆਪਣੇ ਉਹਨੂੰ ਰਾਜ ਵੈਦ ਜਿਹੜਾ ਉਹਨੂੰ ਬਣਾ ਲਿਆ। ਜੀ ਤੇ ਰਾਜ ਵੈਦ ਬਣਾ ਕੇ ਤਾਂ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪਤਾ ਕਿ ਬਿੰਬੀਸਰ ਆਲਰੇਡੀ ਤਥਾਗਤ ਬੁੱਧ ਦਾ ਉਪਾਸਕ ਬਣ ਚੁੱਕੇ ਸੀ। ਜੀ ਤੇ ਗੱਲਾਂ ਬਾਤਾਂ ਚੱਲਦੀਆਂ ਤੇ ਉਦੋਂ ਤੇ ਇਹ ਫਿਰ ਜੀਵਕ ਦੀ ਵੀ ਇੱਕ ਤਮੰਨਾ ਹੋਈ ਕਿ ਮੈਂ ਵੀ ਤਥਾਗਤ ਬੁੱਧ ਨੂੰ ਮਿਲਾਂ। ਜੀ ਤੇ ਜਦੋਂ ਤਥਾਗਤ ਬੁੱਧ ਨੂੰ ਮਿਲਦੇ ਆ ਤੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਆ ਤੇ ਉਹ ਫਿਰ ਉਹਨਾਂ ਦੇ ਉਪਾਸਕ ਬਣ ਜਾਂਦੇ ਆ। ਜੀ ਤਥਾਗਤ ਬੁੱਧ ਨੂੰ ਬੇਨਤੀ ਕਰਦੇ ਆ ਕਿ ਵੀ ਇਹ ਤਥਾਗਤ ਮੈਨੂੰ ਵੀ ਤੁਸੀਂ ਆਪਣੇ ਸ਼ਰਨ ਦੇ ਵਿੱਚ ਲੈ ਲਓ। ਜੀ ਲੇਕਿਨ ਤਥਾਗਤ ਇੱਥੇ ਫਿਰ ਕੀ ਕਹਿੰਦੇ ਆ ਕਿ ਮੈਂ ਤੁਹਾਨੂੰ ਭਿੱਖੂਆਂ ਦੀ ਟ੍ਰੇਨਿੰਗ ਨਹੀਂ ਦਊਂਗਾ, ਜੀ ਮੈਂ ਤੁਹਾਨੂੰ ਇੱਕ ਗ੍ਰਸਤੀ ਦੀ ਦੀਕਸ਼ਾ ਦਊਂਗਾ। ਜੀ ਤੇ ਇੱਥੇ ਫਿਰ ਉਹਨਾਂ ਦੀਕਸ਼ਾ ਜਿਹੜੀ ਗ੍ਰਸਤੀਆਂ ਦੀ, ਕਿਉਂਕਿ ਉਹ ਕਹਿੰਦੇ ਆ ਕਿ ਤੁਸੀਂ ਮਾਨਵ ਦਾ ਭਲਾ ਕਰ ਰਹੇ ਆ, ਤੁਹਾਡੀ ਜ਼ਰੂਰ ਸਮਾਜ ਨੂੰ ਜ਼ਰੂਰਤ ਹੈ। ਜੀ ਸਮਾਜ ਦੇ ਵਿੱਚ ਜਿਹਨਾਂ ਨੂੰ ਬਿਮਾਰ ਆ, ਜਿਹੜੇ ਲੋਕ ਠੀਕ ਨਹੀਂ, ਉਹਨਾਂ ਨੂੰ ਠੀਕ ਕਰਨ ਦੀ ਤੁਹਾਡੀ ਜ਼ਰੂਰਤ ਹੈ। ਇਸ ਕਰਕੇ ਤੁਸੀਂ ਇੱਕ ਗ੍ਰਸਤੀ ਜੀਵਨ ਦੇ ਵਿੱਚ ਵੀ ਰਹਿੰਦੇ ਹੋਏ ਮੇਰੇ ਜਿਹੜਾ ਧੰਮ ਆ ਉਹਦਾ ਸੁੱਖ ਲੈ ਸਕਦੇ ਆ। ਜੀ ਤੇ ਇੱਥੋਂ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਚੱਲੀ ਸਾਹਿਬ ਕਿ ਜਦੋਂ ਤਥਾਗਤ ਬੁੱਧ ਜੀ ਉਹਨਾਂ ਦੇ ਚਚੇਰੇ ਭਾਈ ਦੇਵਦੱਤ ਨੇ ਪਹਾੜ ਤੋਂ ਚਟਾਨ ਸੁੱਟੀ ਸੀ, ਜੀ ਤਾਂ ਉਹ ਆਉਂਦੀ ਟੋਟੇ ਹੋ ਕੇ ਤਾਂ ਤਥਾਗਤ ਦੇ ਜਿਹੜੇ ਪੈਰ ਤੇ ਲੱਗੀ ਸੀ, ਤਾਂ ਉਹ ਪੈਰ ਦੀ ਵੀ ਪੱਟੀ ਜੋ ਇਲਾਜ ਕੀਤਾ ਸੀ ਤਾਂ ਉਹ ਜੀਵਕ ਨੇ ਕੀਤਾ ਸੀ। ਇਸ ਕਰਕੇ ਉਹ ਭਿੱਖੂ ਸੰਘ ਦੇ ਵੀ ਵੈਦ ਸੀ। ਜੀ ਅੱਛਾ ਜੀ, ਥੈਂਕ ਯੂ ਵੈਰੀ ਮੱਚ, ਕਿਉਂਕਿ ਇਹ ਬਹੁਤ ਹੀ ਇੰਟਰਸਟਿੰਗ ਕਹਾਣੀ ਆ। ਉਸ ਤੋਂ ਬਾਅਦ ਜੋ ਰੱਠਪਾਲ ਹੈ ਉਸ ਦੀ ਦੀਕਸ਼ਾ ਹੋਈ ਸੀ, ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸ ਚੁੱਕਾ ਕਿ ਹੁਣ ਇਹ ਜੋ ਧਰਮ ਦਾ ਪ੍ਰਚਾਰ ਬੜੇ ਜ਼ੋਰਾਂ ਦੇ ਨਾਲ ਹੋ ਰਿਹਾ, ਤੇ ਇਸੇ ਤਰ੍ਹਾਂ ਜਿੱਦਾਂ ਚਾਰਕਾ ਕਰਦੇ ਤਥਾਗਤ ਬੁੱਧ ਹਰ ਇੱਕ ਜਨਪਦ ਦੇ ਵਿੱਚ ਜਾਂਦੇ ਆ। ਜੀ ਹਰ ਇੱਕ ਸ਼ਹਿਰ, ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਆ। ਇਸੇ ਤਰ੍ਹਾਂ ਇੱਕ ਸਮਾਂ ਸੀ ਕਿ ਕੁਰੂ ਜਨਪਦ ਜਿਹੜਾ ਆ ਉਹਦੇ ਵਿੱਚ ਤਥਾਗਤ ਇੱਕ ਪਿੰਡ ਨਾਂ ਥੁਲ ਕਥਿਤ ਉਹਦੇ ਵਿੱਚ ਠਹਿਰੇ ਹੋਏ ਸੀ। ਤੇ ਉੱਥੇ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਜਿਹੜੇ ਤਥਾਗਤ ਆ ਕਿ ਉਹ ਕੁਰੂ ਦੇ ਜਨਪਦ ਦੇ ਵਿੱਚ ਆਏ ਆ, ਤਾਂ ਉਹ ਫਿਰ ਸਾਰੇ ਉੱਥੇ ਦੇ ਜੋ ਲੋਕ ਸੀ, ਖਾਸ ਕਰਕੇ ਬ੍ਰਾਹਮਣ ਵੱਡੇ ਸੇਠ ਲੋਕ ਸੀ, ਉਹਨਾਂ ਦੀ ਇੱਛਾ ਕੀਤੀ ਕਿ ਤਥਾਗਤ ਨੂੰ ਜਾ ਕੇ ਮਿਲਿਆ ਜਾਵੇ। ਜੀ ਤੇ ਉਹ ਤਥਾਗਤ ਨੂੰ ਮਿਲਣ ਜਾਂਦੇ ਆ ਤੇ ਮਿਲ ਕੇ ਉਹਨਾਂ ਨੂੰ ਪ੍ਰਣਾਮ ਕਰਕੇ ਤੇ ਉਹਨਾਂ ਕੋਲੋਂ ਧੰਮ ਦੇਸ਼ਨਾ ਲਈ ਬੇਨਤੀ ਕਰਦੇ ਆ। ਤਥਾਗਤ ਫਿਰ ਉਹਨਾਂ ਨੂੰ ਆਪਣੇ ਧੰਮ ਬਾਰੇ ਦੱਸਦੇ ਆ ਤੇ ਉਹਨਾਂ ਦੇ ਬੜਾ ਅਸਰ ਹੁੰਦਾ, ਬੜੇ ਖੁਸ਼ ਹੋ ਕੇ ਸੰਤੁਸ਼ਟ ਹੋ ਕੇ ਉਹ ਚਲੇ ਜਾਂਦੇ ਆ। ਜੀ ਤੇ ਲੇਕਿਨ ਜਿਹੜਾ ਰੱਠਪਾਲ ਆ ਉਹਨਾਂ ਦੇ ਵਿੱਚ ਹੀ ਇੱਕ ਅਮੀਰ ਘਰਾਣੇ ਦਾ ਇੱਕ ਲੜਕਾ ਸੀ, ਬ੍ਰਾਹਮਣ ਘਰਾਣੇ ਦਾ। ਜੀ ਤਾਂ ਉਹ ਚਲੇ ਜਾਂਦੇ ਆ, ਲੇਕਿਨ ਉਹ ਉੱਥੇ ਬੈਠਾ ਰਹਿੰਦਾ। ਜੀ ਕਿਉਂਕਿ ਇਹ ਜਿਹੜਾ ਧੰਮ ਆ ਨਾ, ਇਹ ਜਦੋਂ ਫਿਰ ਕਿਸੇ ਦੇ ਸਮਝ ਆ ਜਾਵੇ ਨਾ, ਜੀ ਤੇ ਉਹ ਫਿਰ ਉਹ ਕੀ ਕਹਿੰਦੇ ਹੁੰਦੇ ਕਿ ਉਹ ਬੁੱਧ ਦਾ ਧੰਮ ਸਮਝ ਆ ਜਾਂਦਾ ਤਾਂ ਬੁੱਧ ਦਾ ਬਣ ਜਾਂਦਾ। ਜੀ ਤੇ ਉਹਨਾਂ ਨੇ ਫਿਰ ਬੇਨਤੀ ਕੀਤੀ ਤਥਾਗਤ, ਜਦੋਂ ਦੂਸਰੇ ਸਾਥੀ ਚਲ ਗਏ, ਕਿ ਇਹ ਤਥਾਗਤ ਵੀ ਮੈਂ ਤੁਹਾਡਾ ਧੰਮ ਸੁਣਿਆ ਤੇ ਮੈਨੂੰ ਸੰਤੁਸ਼ਟੀ ਆ ਗਈ ਆ, ਮੈਂ ਚਾਹੁੰਦਾ ਕਿ ਮੈਂ ਵੀ ਇੱਕ ਭਿੱਖੂ ਦਾ ਜੀਵਨ ਜੀ ਕੇ ਮੈਂ ਵੀ ਇਹ ਤੁਹਾਡੇ ਧੰਮ ਪ੍ਰਚਾਰ ਦੇ ਵਿੱਚ ਸ਼ਾਮਲ ਹੋਵਾਂ। ਜੀ ਤਾਂ ਇਹ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ। ਲੇਕਿਨ ਤਥਾਗਤ ਨੇ ਇੱਕ ਨਵਾਂ ਨੇਮ ਬਣਾ ਲਿਆ ਸੀ ਕਿ ਉਹਨਾਂ ਨੂੰ ਪੁੱਛਿਆ ਕਿ ਇਹ ਰੱਠਪਾਲ, ਕੀ ਤੂੰ ਆਪਣੇ ਮਾਤਾ ਪਿਤਾ ਦੀ ਇਜਾਜ਼ਤ ਲੈ ਲਈ ਆ? ਜੀ ਤੇ ਰੱਠਪਾਲ ਕਹਿੰਦੇ ਕਿ ਵੀ ਇਹ ਤਾਂ ਨਹੀਂ ਮੈਂ ਲਈ, ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਆਇਆ, ਤੁਹਾਡੀ ਧੰਮ ਸੁਣ ਕੇ ਮੈਨੂੰ ਮਤਲਬ ਇੰਨਾ ਸੰਤੁਸ਼ਟ ਹੋ ਗਿਆ ਤੇ ਮੇਰੀ ਇੱਛਾ ਆ। ਜੀ ਕਹਿੰਦੇ ਵੀ ਤਥਾਗਤ ਬਿਨਾਂ ਤੁਹਾਡੇ ਮਾਤਾ ਪਿਤਾ ਦੀ ਮਨਜ਼ੂਰੀ ਤੋਂ ਤੁਹਾਨੂੰ ਭਿੱਖੂ ਦੀ ਦੀਕਸ਼ਾ ਨਹੀਂ ਦੇ ਸਕਦੇ। ਜੀ ਤੇ ਫਿਰ ਰੱਠਪਾਲ ਘਰ ਚਲ ਜਾਂਦਾ। ਜੀ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਹੁੰਦੀ ਆ, ਲੇਕਿਨ ਉਹਦੇ ਮਾਤਾ ਪਿਤਾ ਨਹੀਂ ਮੰਨਦੇ। ਜੀ ਤੇ ਬੜੀਆਂ ਕੋਸ਼ਿਸ਼ਾਂ ਹੁੰਦੀਆਂ, ਅਖੀਰ ਤੇ ਫਿਰ ਰੱਠਪਾਲ ਨੇ ਜਿੱਦ ਕਰ ਲਈ ਕਿ ਮੈਂ ਇੱਥੇ ਥੱਲੇ ਜ਼ਮੀਨ ਤੇ ਪਿਆ ਰਵਾਂਗਾ, ਨਾ ਮੈਂ ਕੁਝ ਖਾਣਾ ਤੇ ਨਾ ਮੈਂ ਪੀਣਾ, ਜਦ ਤੱਕ ਮੈਨੂੰ ਤੁਸੀਂ ਇਜਾਜ਼ਤ ਨਹੀਂ ਦਿੰਦੇ ਤਾਂ ਮੈਂ ਇੱਥੇ ਹੀ ਆਪਣਾ ਖਾਤਮਾ ਕਰ ਲੈਣਾ। ਇਹ ਮਤਲਬ ਉਹਨਾਂ ਨੇ ਚੈਲੰਜ ਕਰ ਦਿੱਤਾ। ਜੀ ਤਾਂ ਹੁਣ ਮਾਤਾ ਪਿਤਾ, ਤੁਹਾਨੂੰ ਪਤਾ ਕਿ ਉਹਨਾਂ ਦਾ ਬੇਟਾ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਮਨਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ। ਉਹਨਾਂ ਨੇ ਫਿਰ ਰੱਠਪਾਲ ਦੇ ਦੋਸਤਾਂ ਨੂੰ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਮਨਾਵੋ। ਜੀ ਕਿਉਂਕਿ ਸਾਡਾ ਇਹ ਬੇਟਾ ਹੈ ਕਿ ਰਾਜ ਭਾਗ ਇਹ ਸੰਭਾਲਣਾ ਸਾਰਾ। ਜੀ ਬਾਕੀ
ਤਾਂ ਲੇਕਿਨ ਉਹ ਫਿਰ ਨਹੀਂ ਮੰਨਦਾ। ਲੇਕਿਨ ਫਿਰ ਅਖੀਰ 'ਤੇ ਆ ਕੇ ਉਹ ਦੋਸਤਾਂ ਨੂੰ ਦੋਸਤ ਕਹਿੰਦੇ ਆ ਕਿ ਵੀ ਦੱਸ ਤੇਰੀ ਕੋਈ ਸ਼ਰਤ ਆ। ਉਹ ਕਹਿੰਦੇ ਵੀ ਇੱਦਾਂ ਮੈਂ ਨਹੀਂ ਮੰਨਦਾ ਜੀ ਤਾਂ ਲੇਕਿਨ ਫਿਰ ਉਹਨਾਂ ਨੇ ਆ ਕੇ ਘਰ ਦੱਸਿਆ ਜੀ ਵੀ ਉਹ ਮੰਨ ਨਹੀਂ ਰਿਹਾ। ਜੀ ਤਾਂ ਫਿਰ ਇੱਕ ਗੱਲ 'ਤੇ ਮੰਨਿਆ ਜੀ ਉਹਦੇ ਮਾਤਾ ਪਿਤਾ ਨੇ, ਦੋਸਤਾਂ ਨੇ ਉਹਨਾਂ ਨੂੰ ਜ਼ੋਰ ਲਾਇਆ। ਕਹਿੰਦੇ ਵੀ ਠੀਕ ਹੈ ਅਸੀਂ ਰਛਪਾਲ ਨੂੰ ਇਜਾਜ਼ਤ ਦੇ ਦਿੰਦੇ ਹਾਂ, ਲੇਕਿਨ ਜਦੋਂ ਭਿੱਖੂ ਬਣੇ ਤਾਂ ਘਰ ਜ਼ਰੂਰ ਆਵੇ। ਜੀ ਤਾਂ ਰਛਪਾਲ ਨੂੰ ਮਨਜ਼ੂਰੀ ਮਿਲ ਗਈ ਤਾਂ ਤਥਾਗਤ ਬੁੱਧ ਕੋਲ ਗਏ ਅਤੇ ਤਥਾਗਤ ਬੁੱਧ ਨੇ ਫਿਰ ਉਹਨਾਂ ਨੂੰ ਦੀਕਸ਼ਿਤ ਆਪਣੇ ਭਿੱਖੂ ਸੰਘ ਦੇ ਵਿੱਚ ਕਰ ਲਿਆ। ਜੀ ਸਮਾਂ ਗੁਜ਼ਰਦਾ ਗਿਆ ਜੀ ਤਾਂ ਹੁਣ ਜਦੋਂ ਐਨ ਪੂਰੀ ਤਰ੍ਹਾਂ ਨਿਪੁੰਨ ਹੋ ਗਿਆ ਅਤੇ ਤਥਾਗਤ ਨੂੰ ਵੀ ਪਤਾ ਲੱਗ ਗਿਆ ਕਿ ਵੀ ਹੁਣ ਜਿਹੜਾ ਰਛਪਾਲ ਆ ਇੱਕ ਪੂਰਨ ਭਿੱਖੂ ਬਣ ਗਿਆ। ਜੀ ਤਾਂ ਫਿਰ ਰਛਪਾਲ ਨੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਮੈਂ ਵਾਅਦਾ ਕੀਤਾ ਹੈ। ਜੀ ਤਾਂ ਉਹਨਾਂ ਨੇ ਫਿਰ ਇਜਾਜ਼ਤ ਦੇ ਦਿੰਦੇ ਆ। ਜੀ ਤਾਂ ਫਿਰ ਉਹ ਘਰ ਆਪਣੇ ਜਾਂਦਾ ਅਤੇ ਭਿੱਖਿਆ ਲੈਣ। ਜੀ ਤਾਂ ਦੇਖੋ ਇਹ ਉਸ ਸਮੇਂ ਦੀ ਗੱਲਾਂ ਸੀਗੀਆਂ ਕਿ ਜਦੋਂ ਰਛਪਾਲ ਜਾ ਰਹੇ ਆ ਅਤੇ ਉਹਨਾਂ ਦੇ ਘਰ ਦੇ ਕੋਲ ਬਾਹਰ ਆ ਕੇ ਆਪਣਾ ਭਿੱਖਿਆ ਪੱਤਰ ਲੈ ਕੇ ਅਤੇ ਆਪਣੀ ਭਿੱਖਿਆ ਲਈ ਖੜ੍ਹੇ ਆ। ਜੀ ਅਤੇ ਉੱਧਰੋਂ ਉਹਨਾਂ ਦਾ ਪਿਤਾ ਜਿਹੜਾ ਸੀ ਜੀ ਉਹ ਜਦੋਂ ਦੇਖਿਆ ਕਿ ਭਿੱਖੂ ਬਣਿਆ ਅਤੇ ਉਹ ਅੰਦਰੋਂ ਅੰਦਰੀ ਜੈਲਸੀ ਕਰਕੇ ਉਹ ਅੰਦਰੋਂ ਹੀ ਬੋਲਣ ਲੱਗ ਪਿਆ ਕਿ ਇਹ ਸਿਰ ਮੁੰਡਿਆਂ ਨੇ ਮੇਰਾ ਮੁੰਡਾ ਵੀ ਜਿਹੜਾ ਬੇਘਰ ਕਰ ਦਿੱਤਾ। ਜੀ ਅਤੇ ਰਛਪਾਲ ਨੂੰ ਮਤਲਬ ਉਹ ਬੜਾ ਬੁਰਾ ਭਲਾ ਬੋਲਣ ਲੱਗ ਪਿਆ। ਜੀ ਅਤੇ ਲੇਕਿਨ ਕਿਉਂਕਿ ਤਥਾਗਤ ਨੇ ਟ੍ਰੇਨਿੰਗ ਦਿੱਤੀ ਹੈ ਕਿ ਇਹ ਜਿਹੜੀ ਭਿੱਖਿਆ ਲੈਣੀ ਹੈ ਕਿ ਜੇ ਨਹੀਂ ਮੈਂ ਦੂਸਰੇ ਘਰ ਚਲ ਜਾਣਾ, ਉੱਥੋਂ ਚਲ ਗਏ ਆ। ਅਤੇ ਕੁਦਰਤੀ ਉਹ ਜਿਹੜੀ ਘਰ ਦੀ ਨੌਕਰਾਣੀ ਆ ਉਹ ਰਾਤੇ ਦੇ ਵੇਹੇ ਚੌਲ ਜਿਹੜੇ ਸਿੱਟਣ ਲੱਗੀ ਆ ਜੀ ਅਤੇ ਰਛਪਾਲ ਜੀ ਉਹਨਾਂ ਨੂੰ ਦੇਖ ਲੈਂਦੇ ਆ ਅਤੇ ਉਹਨੂੰ ਕਹਿੰਦੇ ਭੈਣ ਰੁਕ ਜਾ ਵੀ ਇਹ ਜਿਹੜਾ ਬਾਸਾ ਭੋਜਨ ਆ ਇਹ ਮੈਨੂੰ ਦੇ ਦੇ। ਜੀ ਤਾਂ ਉਹ ਉਹਨੂੰ ਦੇ ਦਿੰਦੀ ਆ ਅਤੇ ਉਹ ਜਾ ਕੇ ਫਿਰ ਇੱਕ ਪੇੜ ਦੇ ਥੱਲੇ ਜਾ ਕੇ ਆਪਣਾ ਖਾਣਾ ਸ਼ੁਰੂ ਕਰ ਦਿੰਦਾ। ਲੇਕਿਨ ਮਾਲਕਨ ਨੇ ਉਹਨੇ ਬੋਲ ਪਛਾਣ ਲਿਆ ਜੀ ਰਛਪਾਲ ਦਾ। ਜੀ ਜਿਸ ਤਰ੍ਹਾਂ ਉਹਨਾਂ ਨੇ ਭਿੱਖਿਆ ਦਿੱਤੀ ਜੀ ਤਾਂ ਉਹਨ ਜਾ ਕੇ ਮਾਲਕਨ ਨੂੰ ਦੱਸਿਆ ਨੌਕਰਾਣੀ ਨੇ। ਜੀ ਕਹਿੰਦੇ ਵੀ ਰਛਪਾਲ ਵਾਪਸ ਆ ਗਿਆ, ਵੀ ਮੈਨੂੰ ਮੇਰੀ ਉਹਦੀ ਆਵਾਜ਼ ਸੁਣੀ ਆ। ਜੀ ਅਤੇ ਉਹ ਫਿਰ ਜਾਂਦੇ ਆ ਦੇਖ ਕੇ ਅਤੇ ਜਦੋਂ ਰਛਪਾਲ ਨੂੰ ਦੇਖਦੇ ਉਹ ਵੀ ਪਛਾਣ ਲੈਂਦੇ ਆ। ਜੀ ਤਾਂ ਉਹਨੂੰ ਕਹਿੰਦੇ ਆ ਕਿ ਇਹ ਸਾਡੀ ਕਿਉਂ ਬੇਇੱਜ਼ਤੀ ਕਰਨ ਲੱਗੇ, ਤੁਸੀਂ ਜਿਹੜਾ ਵਿਆਹ ਭੋਜਨ ਕਰ ਰਹੇ ਆ ਅਤੇ ਤੁਸੀਂ ਘਰ ਚੱਲੋ। ਜੀ ਉਹ ਕਹਿੰਦਾ ਵੀ ਮੈਂ ਪਿਤਾ ਘਰ ਤਾਂ ਗਿਆ ਸੀ, ਮੈਨੂੰ ਘਰ ਤੋਂ ਭਿੱਖਿਆ ਤਾਂ ਕੀ ਮਿਲਣੀ ਸੀ, ਮੈਨੂੰ ਉੱਥੋਂ ਗਾਲਾਂ ਪਈਆਂ, ਮੈਂ ਮੁੜ ਆਇਆ ਅਤੇ ਮੇਰਾ ਅਸੀਂ ਤਾਂ ਮਤਲਬ ਮੇਰਾ ਗੁਜ਼ਾਰਾ ਹੋ ਗਿਆ ਵੀ। ਤਾਂ ਲੇਕਿਨ ਨਹੀਂ, ਉਹ ਕਹਿੰਦੇ ਵੀ ਤੁਹਾਨੂੰ ਘਰ ਆਉਣਾ ਪਊਗਾ। ਅਤੇ ਫਿਰ ਉਹਨਾਂ ਦੀ ਗੱਲ ਉਹ ਘਰ ਜਾਂਦੇ ਆ। ਜੀ ਜਾ ਕੇ ਫਿਰ ਜਦੋਂ ਘਰ ਜਾਂਦੇ ਆ ਤਾਂ ਉਹਨੂੰ ਬੜਾ ਭੋਜਨ ਤਿਆਰ ਕਰਕੇ ਉਹਨਾਂ ਨੇ ਬੜੀਆਂ ਸੋਹਣੇ ਸੋਹਣੇ ਪਦਾਰਥ ਤਿਆਰ ਕੀਤੇ ਆ। ਲੇਕਿਨ ਭੋਜਨ ਖਾਣ ਤੋਂ ਪਹਿਲਾਂ ਉਹਨਾਂ ਨੇ ਸਾਰਾ ਧਨ ਇਕੱਠਾ ਕਰਕੇ ਸਾਹਮਣੇ ਰੱਖ ਦਿੱਤਾ, ਉੱਤੇ ਕੱਪੜਾ ਪਾਇਆ। ਜਦੋਂ ਰਛਪਾਲ ਬੈਠਦੇ ਆ ਅਤੇ ਉਹਨੂੰ ਚੱਕਦੇ ਆ ਕਿ ਇਹ ਬੇਟਾ ਸਾਰਾ ਧੰਨਵਾਦ ਤੇਰੇ ਮਾਤਾ ਦਾ, ਮੇਰਾ, ਤੇਰੇ ਦਾਦਾ ਦਾ, ਇਹ ਤੇਰੇ ਭੋਗਣ ਯੋਗ ਆ ਵੀ ਤੂੰ ਇਹਨੂੰ ਭਿਕਸ਼ੂ ਇਹ ਛੱਡ ਦੇ, ਵਾਪਸ ਘਰ ਆ ਜਾ। ਜੀ ਉਹ ਕਹਿੰਦੇ ਨਹੀਂ ਜੀ, ਕਹਿੰਦੇ ਮੈਂ ਹੁਣ ਇਹਨਾਂ ਤੋਂ ਮੇਰਾ ਪੂਰੀ ਤਰ੍ਹਾਂ ਜੋ ਹੈ ਮੈਂ ਉਹਨਾਂ ਛੁਟਕਾਰਾ ਕਰ ਚੁੱਕਿਆ। ਲੇਕਿਨ ਉਹ ਨਹੀਂ ਮੰਨਦੇ। ਜੀ ਫਿਰ ਉਹਨਾਂ ਦੀ ਆਪਣੀ ਪਤਨੀ ਆਉਂਦੀ, ਉਹ ਵੀ ਉਹਨਾਂ ਨੂੰ ਕਹਿੰਦੇ ਵੀ ਉਹ ਕਿਹੜੀਆਂ ਪਰੀਆਂ ਜਿਨ੍ਹਾਂ ਕਰਕੇ ਤੁਸੀਂ ਬ੍ਰਹਮਚਾਰੀ। ਉਹ ਕਹਿੰਦੇ ਮੇਰੇ ਕੋਈ ਇਹੋ ਜਿਹੇ ਨਹੀਂ, ਸਿਰਫ ਧੰਮ ਦੇਸ਼ਨਾ ਜਿਹੜੀ ਆ ਉਹਦੇ ਕਰਕੇ ਮੈਂ ਇਹ ਭਿਕਸ਼ੂ ਬਣਿਆ ਅਤੇ ਉਹਨਾਂ ਦਾ ਬਸ ਨਹੀਂ ਚੱਲਦਾ। ਤਾਂ ਉਹ ਖਾਣਾ ਨਹੀਂ ਦਿੰਦੇ ਤਾਂ ਉਹ ਫਿਰ ਕਹਿੰਦਾ ਕਿ ਇਹ ਪਿਤਾ ਜੀ ਮੈਨੂੰ ਕਿਉਂ ਕਸ ਦੇ ਰਹੇ, ਮੈਂ ਖਾਣਾ ਦੇਣਾ ਤਾਂ ਦੇ ਦਿਓ, ਨਹੀਂ ਤਾਂ ਤੁਸੀਂ ਮੈਨੂੰ ਜਵਾਬ ਦੇ। ਫਿਰ ਉਹਨਾਂ ਨੇ ਕਿਹਾ ਵੀ ਹੁਣ ਇਹ ਮੰਨਣਾ ਨਹੀਂ ਅਤੇ ਉੱਥੇ ਖਾਣਾ ਉਹਨਾਂ ਨੂੰ ਦਿੱਤਾ ਅਤੇ ਉਹਨੇ ਖਾ ਕੇ ਅਤੇ ਇੱਕ ਬਗੀਚੇ ਦੇ ਵਿੱਚ ਜਾ ਕੇ ਤਾਂ ਆਰਾਮ ਕਰਦੇ ਆ। ਉੱਥੇ ਦੇ ਨਰੇਸ਼ ਜਿਹੜਾ ਉੱਥੇ ਦਾ ਰਾਜੇ ਦਾ ਬਗੀਚਾ, ਅਤੇ ਬਗੀਚੇ ਦੇ ਵਿੱਚ ਫਿਰ ਕੀ ਹੁੰਦਾ ਅਤੇ ਉਹ ਜਿਹੜਾ ਰਾਜਾ ਆ ਅਤੇ ਆਪਣੇ ਨੌਕਰਾਂ ਨੂੰ ਭੇਜਦਾ ਕਿ ਉਹਦੀ ਸਫਾਈ ਕੀਤੀ ਜਾਵੇ ਕਿ ਅੱਜ ਸਾਡਾ ਟਹਿਲਣ ਦਾ ਵਕਤ ਆ। ਜੀ ਉਹ ਸਾਰੀ ਸਫਾਈ ਕਰ ਦਿੰਦੇ ਆ ਅਤੇ ਜੇ ਇਸ ਪੇੜ ਦੇ ਥੱਲੇ ਬੈਠੇ ਆ ਅਤੇ ਉਹ ਰਾਜੇ ਨੂੰ ਆ ਕੇ ਦੱਸਦੇ ਵੀ ਉੱਥੇ ਤਾਂ ਇੱਕ ਭਿੱਖੂ ਬੈਠੇ ਆ, ਵੀ ਉਹੋ ਹੀ ਬਾਕੀ ਰਹਿ ਗਿਆ। ਅਤੇ ਉਹ ਰਾਜਾ ਫਿਰ ਜਾ ਕੇ ਦੇਖਦਾ ਉਹਨਾਂ ਨੂੰ ਅਤੇ ਜਾ ਕੇ ਜਦੋਂ ਦੇਖਦਾ ਅਤੇ ਉਹਨੂੰ ਪਤਾ ਲੱਗਦਾ ਅਤੇ ਰਛਪਾਲ ਤਾਂ ਬੜੇ ਸੇਠ ਦਾ ਪੁੱਤਰ ਆ। ਅਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਉਹ ਵੀ। ਜੀ ਤਾਂ ਉਹਨੂੰ ਕਹਿੰਦਾ ਵੀ ਜਿਹੜਾ ਘਰ ਛੱਡ ਰਹੇ ਆ, ਜਾਂ ਤਾਂ ਕੋਈ ਬੁਢਾਪਾ ਹੋ ਜਾਵੇ ਜੀ, ਅਤੇ ਜਾਂ ਫਿਰ ਸਿਹਤ ਨਾ ਠੀਕ ਹੋਵੇ, ਬਿਮਾਰੀ ਆ ਜਾਵੇ, ਜਾਂ ਗਰੀਬੀ ਹੋ ਜਾਵੇ, ਜਾਂ ਫਿਰ ਰਿਸ਼ਤੇਦਾਰ ਜਿਹੜੇ ਆ ਜੀ ਉਹ ਤੁਹਾਡੇ ਤੋਂ ਵਿਛੜ ਜਾਂਦੇ ਆ, ਵੀ ਇਸ ਕਰਕੇ ਘਰ ਛੱਡਦੇ, ਵੀ ਗਰੀਬੀ ਆ ਗਈ, ਬੁਢਾਪਾ ਆ ਗਿਆ, ਤੁਸੀਂ ਕਮਾਉਣ ਦੇ ਕਾਬਲ ਨਹੀਂ ਰਹਿੰਦੇ ਜੀ, ਤਾਂ ਤੁਹਾਡਾ ਜਿਹੜਾ ਤੁਹਾਨੂੰ ਗੁਜ਼ਾਰਾ ਕਰਨ ਲਈ ਤੁਸੀਂ ਘਰ ਛੱਡ ਦਿੰਦਾ ਜੀ। ਅਤੇ ਜਦੋਂ ਕਮਜ਼ੋਰੀ ਆਉਂਦੀ, ਸਿਹਤ ਨਹੀਂ ਠੀਕ ਰਹਿੰਦੀ ਤਾਂ ਫੇਰ ਘਰ ਛੱਡ ਸਕਦੇ ਆ। ਤਾਂ ਜਾਂ ਫਿਰ ਕਹਿੰਦਾ ਵੀ ਜਦੋਂ ਬਿਮਾਰੀ ਜਾਂ ਗਰੀਬੀ ਆ ਜਾਵੇ, ਤੁਹਾਡਾ ਧਨ ਦੌਲਤ ਸਾਰਾ ਚਲ ਜਾਵੇ, ਫੇਰ ਇਹ ਰਸਤਾ ਅਖਤਿਆਰ ਕਰਦੇ ਆ। ਜੀ
ਵੀ ਫੇਰ ਕਿਹਾ ਵੀ ਤੁਹਾਡੇ ਰਿਸ਼ਤੇਦਾਰ ਜਿਹੜੇ ਤੁਹਾਡੀ ਮਦਦ ਕਰ ਸਕਦੇ ਉਹ ਚਲੇ ਜਾਂਦੇ ਆ, ਜੀ। ਉਹਦੇ ਕਰਕੇ ਛੱਡਦੇ ਆ ਵੀ ਤੇਰੇ ਕੋਲ ਤਾਂ ਸਭ ਕੁਝ ਆ। ਉਹ ਕਹਿੰਦਾ ਨਹੀਂ ਰਾਜਨ, ਕਹਿੰਦਾ ਮੈਂ ਇਸ ਕਰਕੇ ਘਰ ਨਹੀਂ ਛੱਡਿਆ, ਜੀ ਮੈਨੂੰ ਪਤਾ ਹੈ ਕਿ ਐਵਰੀਥਿੰਗ ਇਜ਼ ਇੰਪਰਮਾਨੈਂਟ, ਜੀ ਇਹ ਦੁਨੀਆ ਖਤਮ ਹੋਣ ਵਾਲੀ ਆ, ਜੀ ਇਹ ਦੁਨੀਆ ਨੂੰ ਕੋਈ ਰੱਖਣ ਵਾਲਾ ਨਹੀਂ ਹੈਗਾ। ਜੀ ਇਹ ਤ੍ਰਿਸ਼ਨਾ ਨੇ ਲੋਕਾਂ ਨੂੰ ਇਹ ਦੁਖੀ ਕੀਤਾ, ਪੱਟਿਆ ਆ, ਤੇ ਮੈਂ ਇਹਨਾਂ ਸਾਰਿਆਂ ਦਾ ਨਾਸ਼ ਕਰਕੇ ਤੇ ਮੈਂ ਇਸ ਕਰਕੇ ਲਿਆ, ਤੇ ਇਸ ਕਰਕੇ ਫਿਰ ਉਹ ਆਪਣੀ ਦੀਕਸ਼ਾ ਤੇ ਅਟੋਲ ਟਿਕੇ ਰਹਿੰਦੇ ਆ। ਜੀ ਤੁਸੀਂ ਕਿਉਂਕਿ ਆਪਾਂ ਕਾਫੀ ਇਹਦੇ 'ਤੇ ਚਰਚਾ ਕਰ ਲਈ ਆ ਕਿ ਤਥਾਗਤ ਬੁੱਧ ਨੇ ਦੀਕਸ਼ਾ ਦਿੱਤੀ, ਕਿਉਂਕਿ ਆਪਾਂ ਫਿਰ ਇਸ ਤੋਂ ਅੱਗੇ ਧੰਮ ਵੱਲ ਨੂੰ ਵੀ ਸ਼ੁਰੂ ਹੋਣਾ। ਤੁਸੀਂ ਕੁਝ ਇੱਕ ਹੋਰ ਨਾਮ ਦੱਸੋਗੇ ਜਿਹੜੇ ਕਿ ਖਾਸ ਆ, ਜਿਨ੍ਹਾਂ ਨੂੰ ਕਿ ਤਥਾਗਤ ਬੁੱਧ ਨੇ ਦੀਕਸ਼ਾ ਦੇ ਕੇ ਆਪਣੇ ਸੰਘ ਦੇ ਵਿੱਚ ਰਲਾਇਆ? ਕਿਉਂਕਿ ਬੁੱਧਾ ਦਾ ਜੋ ਧੰਮ ਆ ਨਾ, ਉਹ ਹਰ ਇੱਕ ਲਈ ਆ ਜੀ। ਚਾਹੇ ਕੋਈ ਰਾਜਾ ਆ, ਕੋਈ ਰੰਕ ਆ, ਕੋਈ ਭਿਖਾਰੀ ਆ, ਜਾਂ ਡਾਕੂ ਆ, ਜਾਂ ਕੋਈ ਵੀ ਆ, ਹਰ ਇੱਕ ਲਈ ਆ ਜੀ। ਜਾਂ ਨੌਕਰ ਆ ਜਾਂ ਮਾਲਕ ਆ, ਤਥਾਗਤ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਡਿਸਕ੍ਰਿਮੀਨੇਟ ਨਹੀਂ ਕਰਦੇ ਜੀ। ਤੇ ਇਸ ਕਰਕੇ ਉਹਦੇ ਵਿੱਚ ਅਗਲੇ ਜਿਹੜੇ ਨਾਂ ਆਉਂਦੇ ਆ, ਜਿਸ ਤਰ੍ਹਾਂ ਕਿ ਉਹਨਾਂ ਨੇ ਸਨੀਤ ਜੀ, ਕਿ ਜਿਨ੍ਹਾਂ ਨੂੰ ਮਤਲਬ ਸਮਾਜ ਨੇ ਦੁਰਕਾਰਿਆ ਸੀ ਜੀ ਕਿ ਵੀ ਇਹ ਸ਼ੂਦਰ ਆ, ਛੂਤ ਆ, ਭੰਗੀ ਜਾਤੀ ਹੈ ਜੀ, ਲੇਕਿਨ ਉਹਨਾਂ ਨੇ ਉਹਨਾਂ ਨੂੰ ਗੱਲ ਨੂੰ ਲਾਇਆ ਜੀ। ਇੱਥੇ ਦੀ ਮੈਂ ਦੱਸਦਾ ਕਿ ਜਦੋਂ ਤਥਾਗਤ ਜਾ ਰਿਹਾ ਤਾਂ ਸਨੀਤ ਲੁਕ ਜਾਂਦਾ ਪੇੜ ਦੇ ਪਿੱਛੇ ਜੀ, ਤੇ ਤਥਾਗਤ ਦੇਖ ਲੈਂਦੇ ਆ ਉਹਨਾਂ ਨੂੰ, ਜੀ, ਤਾਂ ਉਹ ਕਹਿੰਦੇ ਉਹ ਸਨੀਤ ਵੀ ਤੂੰ ਛੁਪ ਕਿਉਂ ਰਿਹਾ ਵੀ ਆ। ਜੀ, ਉਹ ਕਹਿੰਦਾ ਜੀ ਮੈਂ ਤਾਂ ਮੈਨੂੰ ਫਿਕਰ ਆ ਕਿ ਜੇ ਮੈਂ ਆ ਗਿਆ ਤਾਂ ਤੁਸੀਂ ਭੇਟ ਨਾ ਹੋ ਜਾਵੋ। ਜੀ, ਉਹ ਕਹਿੰਦਾ ਨਹੀਂ ਸਨੀਤ, ਤੂੰ ਆ ਮੇਰੇ ਨਾਲ ਗੱਲ ਲੱਗ ਜਾ। ਜੀ, ਤਾਂ ਫਿਰ ਉਹ ਕਹਿੰਦੇ ਆ ਕਿ ਸਨੀਤ ਮੈਂ ਤੁਹਾਨੂੰ ਜੇ ਆਪਣੇ ਭਿੱਖੂ ਸੰਘ ਦੇ ਵਿੱਚ ਲਾ ਲਵਾਂ। ਜੀ, ਤੇ ਸਨੀਤ ਦੀਆਂ ਜਿਹੜੀਆਂ ਕਹਿੰਦੇ ਉਹਦਾ ਹੌਸਲਾ ਇੰਨਾ ਹੋਇਆ ਕਿ ਜਿੱਥੇ ਮੈਨੂੰ ਸਮਾਜ ਨੇ ਦਰਕਾਰਿਆ ਆ, ਅੱਜ ਮੈਨੂੰ ਤਥਾਗਤ ਗੱਲ ਲਾ ਕੇ ਭਿੱਖੂ ਸੰਘ ਦੇ ਵਿੱਚ, ਤੇ ਫਿਰ ਉਹਨਾਂ ਨੂੰ ਭਿਕਸ਼ੂ ਉਹਨਾਂ ਨੇ ਬਣਾਇਆ ਜੀ। ਤੇ ਉਹਨਾਂ ਨੂੰ ਮਤਲਬ ਉਹਨਾਂ ਨੇ ਦੇਖੋ ਕਿੰਨਾ ਸੋਹਣੇ ਤਰੀਕੇ ਨਾਲ ਉਹਨਾਂ ਨੂੰ ਫਿਰ ਬੁੱਧ ਪੁੱਤਰ ਕਹਿ ਕੇ ਬੁਲਾਇਆ ਜੀ, ਕਿ ਇਹ ਸਨੀਤ ਤੂੰ ਬੁੱਧ ਪੁੱਤਰ ਅੱਜ ਤੋਂ ਬਣ ਗਿਆ। ਜੀ। ਸ਼ੀਲ, ਸੰਜਮ ਤੇ ਦਮਨ ਦੇ ਨਾਲ ਜੀਵ ਜਿਹੜੇ ਆ ਸ਼ੁੱਧ ਹੋ ਜਾਂਦੇ, ਅੱਜ ਤੂੰ ਸ਼ੁੱਧ ਹੋ ਗਿਆ ਜੀ। ਤੇ ਇਹ ਹੁਣ ਸ਼ੀਲਾਂ ਦਾ ਪਾਲਨ ਜਿਹੜਾ ਆ ਇਹ ਤੂੰ ਕਰਨਾ ਸ਼ੁਰੂ ਕਰ ਦਿੱਤਾ, ਤੂੰ ਸ਼ੁੱਧ ਹੋ ਜਾਏਗਾ। ਜੀ। ਇਸੇ ਤਰ੍ਹਾਂ ਫਿਰ ਜਦੋਂ ਗ੍ਰਿਧਕੁਟ ਪਹਾੜ ਦੇ ਲਾਗੇ ਬ੍ਰਾਹਮਣ ਰਹਿੰਦੇ ਸੀ ਜੀ। ਤੇ ਉਹਦੇ ਤੇ ਵੀ ਉੱਥੇ ਜਦੋਂ ਇਹ ਗ੍ਰਿਧਕੁਟ ਦਾ ਪਹਾੜ ਦਾ ਮੈਂ ਤੁਹਾਨੂੰ ਉਹਦੀ ਮਹਾਨਤਾ ਦੱਸ ਦੇਵਾਂ ਕਿ ਜਦੋਂ ਇਹ ਤਥਾਗਤ ਬੁੱਧ ਰਾਜਗ੍ਰਹਿ ਪਹੁੰਚੇ ਸੀ ਤਾਂ ਇਹਨਾਂ ਨੇ ਜੋ ਤਪੱਸਿਆ ਪਹਿਲੀ ਸ਼ੁਰੂ ਕੀਤੀ ਸੀ ਇਹ ਗ੍ਰਿਧਕੁਟ ਪਹਾੜ ਦੇ ਉੱਪਰ ਜੀ ਕੀਤੀ ਸੀ। ਤਾਂ ਇਹ ਫਿਰ ਉਹਦੇ ਪਿੱਛੇ ਇੱਕ ਪਿੰਡ ਸੀ, ਉੱਥੇ ਕੋਈ ਬ੍ਰਾਹਮਣ ਰਹਿੰਦੇ ਸੀ ਜੀ। ਤੇ ਇਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਵੀ ਮੈਂ ਰਸਤਾ ਜੋ ਮੈਨੂੰ ਮਿਲਿਆ ਖੋਜ ਉਹਨਾਂ ਨੂੰ ਵੀ ਦੱਸਾਂ। ਜੀ। ਉਹਨਾਂ ਕੋਲ ਜਾਂਦੇ ਜਦੋਂ ਉਹਨਾਂ ਨੂੰ ਦੇਖਦੇ ਆ ਤੇ ਉਹਨਾਂ ਦੀ ਤਥਾਗਤ ਬੁੱਧ ਦੀ ਉਹ ਜਿਹੜੇ ਬ੍ਰਾਹਮਣ ਸੀਗੇ ਉਹ ਤੇ ਇੰਨੀ ਤੇਜਸ ਉਹਨਾਂ ਨੂੰ ਦੇਖ ਕੇ ਵੀ ਇਹਨਾਂ ਦੀ ਮੁਦਰਾ ਤੇ ਬੜੇ ਪ੍ਰਭਾਵਿਤ ਹੋ ਕੇ ਸਾਰੇ ਇਕੱਠੇ ਹੋ ਜਾਂਦੇ ਆ ਜੀ। ਤਾਂ ਫਿਰ ਤਥਾਗਤ ਬੁੱਧ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕੀ ਕਰਦੇ ਆ। ਉਹ ਕਹਿੰਦੇ ਵੀ ਅਸੀਂ ਤਾਂ ਸਾਡਾ ਰਿਵਾਜ ਆ ਕਿ ਸਮੇਂ ਦੇ ਹਿਸਾਬ ਨਾਲ ਅੱਗ ਦੀ ਪੂਜਾ, ਪਾਣੀ ਦੀ ਪੂਜਾ, ਹਵਾ ਦੀ ਪੂਜਾ, ਪੇੜਾਂ ਦੀ ਪੂਜਾ, ਤੇ ਜਦੋਂ ਕੋਈ ਮਰ ਜਾਂਦਾ ਉਹਨਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਹਨੂੰ ਵੀ ਇਹਦਾ ਸਵਰਗਾਂ ਦੇ ਵਿੱਚ ਜਲ। ਤੇ ਤਥਾਗਤ ਬੁੱਧ ਕਹਿੰਦੇ ਵੀ ਇਹ ਸਭ ਦੇ ਬੇਫਜ਼ੂਲ ਆ, ਇਹਨਾਂ ਨਾਲ ਕੁਛ ਹੋਣ ਵਾਲਾ ਨਹੀਂ ਜੀ। ਆਪਣਾ ਸ਼ੀਲ ਚਰਨ ਜਿਹੜੇ ਚੰਗੇ ਕਰਮ ਆ ਉਹ ਕਰਮ ਕਰੋ, ਕਰਮ ਦੇ ਨਾਲ ਤੁਸੀਂ ਸ਼ੁੱਧ ਹੋ ਜਾਓਗੇ। ਇੱਥੇ ਉਹਨਾਂ ਦੇ ਮੈਂ ਜ਼ਰੂਰ ਦੱਸਾਂਗਾ ਕਿ ਜਦੋਂ ਉਹ ਸਾਰੇ ਪ੍ਰਭਾਵਿਤ ਹੋ ਕੇ ਤਥਾਗਤ ਦੀ ਗੱਲ ਨੂੰ ਮੰਨਦੇ, ਹਜੇ ਵੀ ਉਹਨਾਂ ਦੇ ਵਿੱਚ ਸ਼ੰਕਾ ਆ ਜੀ। ਤੇ ਉਹ ਹੁਣ ਘਰ ਨੂੰ ਤੁਰ ਪਏ। ਤਥਾਗਤ ਬੁੱਧ ਵੀ ਉਹਨਾਂ ਦੇ ਨਾਲ ਤੁਰੇ ਜਾਂਦੇ। ਉੱਥੇ ਫਿਰ ਇੱਕ ਘਟਨਾ ਘਟਦੀ ਆ ਕਿ ਬਾਰਿਸ਼ ਹੋਣੀ ਸ਼ੁਰੂ ਹੁੰਦੀ ਆ ਜੀ। ਬਾਰਿਸ਼ ਜਦੋਂ ਲਾਗੇ ਕੁਝ ਮਕਾਨ ਸੀ ਉਹਨਾਂ ਦੇ ਅੰਦਰ ਉਹ ਜਾਂਦੇ ਆ ਜੀ। ਤੇ ਲੇਕਿਨ ਬਾਰਿਸ਼ ਛੱਤ ਠੀਕ ਨਾ ਹੋਣ ਕਰਕੇ ਛੱਤ ਲੀਕ ਕਰਦੀ ਆ, ਚਾਹੁੰਦੀ ਆ। ਤੇ ਤਥਾਗਤ ਉੱਥੇ ਵੀ ਐਗਜ਼ਾਮਪਲ ਦਿੰਦੇ ਆ। ਕਹਿੰਦੇ ਵੀ ਇਹ ਜੋ ਛੱਤ ਆ ਜੀ, ਕਿਸੇ ਮਕਾਨ ਦੀ ਛੱਤ ਜੇ ਚੰਗੀ ਠੀਕ ਤਰ੍ਹਾਂ ਨਾ ਪਈ ਹੋਵੇ ਤਾਂ ਉਹਦੇ ਵਿੱਚੋਂ ਫਿਰ ਪਾਣੀ ਡਿੱਗਦਾ ਆ ਜੀ। ਇਸੇ ਤਰ੍ਹਾਂ ਤੁਹਾਡੀ ਮਨ ਜਿਹੜਾ ਆ ਜੀ, ਅਗਰ ਉਹ ਪੱਕੀ ਤਰ੍ਹਾਂ ਨਾ ਟ੍ਰੇਨ ਕੀਤਾ ਜਾਵੇ ਤੇ ਇੱਕ ਜਿਹੜੀ ਛੱਤ ਆ ਛੱਤ ਦੀ ਤਰ੍ਹਾਂ ਆ ਕਿ ਜੇ ਛੱਤ ਠੀਕ ਤਰ੍ਹਾਂ ਨਹੀਂ ਪਾਈ ਜੀ ਤਾਂ ਉਹਦੇ 'ਚ ਪਾਣੀ ਆਉਂਦਾ। ਜੇ ਮਨ ਤੁਹਾਡਾ ਸਹੀ ਤਰੀਕੇ ਨਾਲ ਕੰਟਰੋਲ ਨਹੀਂ ਤੇ ਦੁੱਖ ਜਿਹੜੇ ਆ ਉਹ ਤੁਹਾਡਾ ਇਹ ਜਿਹੜੀ ਰਾਗ ਮੋਹ ਲੋਭ ਇਹ ਉਹਦੇ ਵਿੱਚੋਂ ਆ ਜਾਂਦੇ ਆ ਜੀ। ਤਾਂ ਉਹ ਫਿਰ ਜਦੋਂ ਅੱਗੇ ਜਾ ਕੇ ਚੱਲਦੇ ਫਿਰ ਹੋਰ ਮਕਾਨ ਟੁੱਲਦੇ, ਉੱਥੇ ਫਿਰ ਬੜਾ ਸੋਹਣਾ ਕੋਈ ਚੁੰਦੇ ਨਹੀਂ, ਛੱਤ ਨਹੀਂ ਚੁੰਦੀ, ਤਾਂ ਉੱਥੇ ਫਿਰ ਉਹਨਾਂ ਨੂੰ ਐਗਜ਼ਾਮਪਲ ਦਿੰਦੇ ਆ ਜੀ। ਤੇ ਇਹ ਦੇਖੋ ਕਹਿੰਦਾ ਛੱਤ ਕਿੰਨੀ ਸੋਹਣੀ ਆ
ਤੇ ਇਸੇ ਤਰ੍ਹਾਂ ਤੁਹਾਡਾ ਮਨ ਆ। ਜੀ ਜੇ ਮਨ ਤੁਹਾਡੀਆਂ ਮਨ ਦੀਆਂ ਕੰਡੀਸ਼ਨਾਂ ਜਿਹੜੀਆਂ ਚੰਗੀ ਤਰ੍ਹਾਂ ਪੱਕੀਆਂ ਆ ਨਾ, ਜੀ। ਉਹਦੇ ਵਿੱਚ ਕਦੇ ਵੀ ਫਿਰ ਇਹ ਜਿਹੜੇ ਦੁੱਖਾਂ ਦਾ ਕਾਰਨ ਬਣਨ ਵਾਲੇ ਕਾਰਨ ਆ ਉਹ ਨਹੀਂ ਆਉਂਦੇ। ਜੀ ਤਾਂ ਇਸੇ ਤਰ੍ਹਾਂ ਛੱਤ ਵਾਂਗ ਆਪਣੇ ਤੇ ਇੱਥੇ ਫਿਰ ਉਹ ਜਿਹੜੇ ਉਹਨਾਂ ਦੀ ਸਾਰੀ ਸ਼ੰਕਾ ਦੂਰ ਹੋ ਜਾਂਦੀ ਤੇ ਉਹ ਬ੍ਰਾਹਮਣਾਂ ਨੂੰ ਦੀਕਸ਼ਾ ਦਿੰਦੇ ਆ। ਜੀ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਦੀਕਸ਼ਾ ਦੇ ਸਪੁੱਧ ਨੂੰ ਦੀਕਸ਼ਾ ਦਿੰਦੇ ਆ ਜੀ ਕਿ ਜਿਹੜੇ ਕਿ ਇੱਕ ਕੋੜੀ ਸੀਗੇ ਜੀ ਸਪੁੱਧ, ਉਹਨਾਂ ਨੂੰ ਦੀਕਸ਼ਾ ਦਿੰਦੇ ਆ। ਫਿਰ ਦੇਖੋ ਮਹਾ ਪ੍ਰਜਾਪਤੀ ਗੌਤਮੀ ਯਸ਼ੋਧਰਾ ਦੀਆਂ ਦੀਕਸ਼ਾ ਹੋਈਆਂ। ਜੀ ਇੱਥੇ ਮੈਂ ਜ਼ਰੂਰ ਗੱਲ ਤੇ ਦੱਸਾਂਗਾ ਕਿ ਦੁਨੀਆ ਦਾ ਅਗਰ ਸਭ ਤੋਂ ਪਹਿਲਾ ਮਹਾਮਾਨਵ ਤਥਾਗਤ ਬੁੱਧ ਹੋਏ ਆ ਜਿਨ੍ਹਾਂ ਨੇ ਔਰਤ ਨੂੰ ਬਰਾਬਰ ਰੱਖਿਆ। ਜੀ ਅੱਜ ਤੱਕ ਵੀ ਰੌਲੇ ਪੈ ਰਹੇ ਆ ਜੀ ਕਿ ਓਡਨ ਜਿਹੜੀ ਔਰਤ ਦੀ ਨਹੀਂ ਹੋਣੀ ਚਾਹੀਦੀ, ਜੀ ਤਾਂ ਲੇਕਿਨ ਤਥਾਗਤ ਬੁੱਧ ਨੇ ਉਦੋਂ ਪ੍ਰਜਾਪਤੀ ਗੌਤਮੀ ਨੂੰ ਦੀਕਸ਼ਾ ਕਰਕੇ ਔਰਤ ਨੂੰ ਵੀ ਬਰਾਬਰ ਰੱਖਿਆ। ਯਸ਼ੋਧਰਾ ਨੂੰ ਦੀਕਸ਼ਾ ਕੀਤੀ ਉਹਨਾਂ ਦੀ। ਜੀ ਤੇ ਇਹ ਉਂਗਲੀ ਡਾਕੂ ਉਂਗਲੀ ਮਾਰ ਦੀ ਗੱਲ ਆ ਜਾਂਦੀ ਹੈ। ਜੀ ਮੈਂ ਜਿੱਦਾਂ ਕਿਹਾ ਹੈ ਨਾ, ਡਾਕੂਆਂ ਦੀ ਵੀ ਉਹਨਾਂ ਤਥਾਗਤ ਕਿਸੇ ਦੇ ਨਾਲ, ਹੁਣ ਡਾਕੂ ਉਂਗਲੀ ਮਾਰ ਦੀ ਸਟੋਰੀ ਦੇਖੋ, ਸਮਾਜ ਦੀਆਂ ਇੱਦਾਂ ਦੀਆਂ ਪ੍ਰਸਥਿਤੀਆਂ ਨੇ ਉਹਨੂੰ ਡਾਕੂ ਬਣਾ ਦਿੱਤਾ। ਜੀ ਲੇਕਿਨ ਜਦੋਂ ਤਥਾਗਤ ਬੁੱਧ ਜਦੋਂ ਜੇਤਵਣ ਬਿਹਾਰ ਦੇ ਵਿੱਚ ਠਹਿਰੇ ਹੋ ਸੀ ਜੀ ਤੇ ਉੱਥੇ ਜਦੋਂ ਬਾਹਰ ਚਾਰਕਾ ਕਰਨ ਗਏ ਤੇ ਉਹਨਾਂ ਨੂੰ ਰਾਹ ਦੇ ਵਿੱਚ ਉਂਗਲੀ ਮਾਰ ਡਾਕੂ ਮਿਲਦੇ ਆ। ਜੀ ਉਹਨਾਂ ਬਾਰੇ ਕਹਾਣੀ ਸੀ ਕਿ ਜਿਹੜੇ ਉਹਨਾਂ ਨੂੰ ਤਥਾਗਤ ਬੁੱਧ ਨੂੰ ਕਿਹਾ ਸੀ ਵੀ ਇੱਥੇ ਬੜੇ ਖਿਆਲ ਨਾਲ ਤੁਸੀਂ ਜਾਣਾ ਕਿਉਂਕਿ ਇੱਥੇ ਉਂਗਲੀ ਮਾਰ ਡਾਕੂ ਰਹਿੰਦਾ। ਜੀ ਤੇ ਉਹਦਾ ਨਾਂ ਉਂਗਲੀ ਮਾਰ ਕਿਉਂ ਪਿਆ ਜੀ ਕਿ ਉਹ ਜਦੋਂ ਕਤਲ ਕਰਦਾ ਸੀ ਜੋ ਵੀ ਰਸਤੇ 'ਚ ਉਹਨੂੰ ਮਿਲਦਾ ਸੀ ਤਾਂ ਉਹਨੂੰ ਇੱਕ ਸੀ ਕਿ ਕਿਸੇ ਨੇ ਉਹਦੇ ਵਿੱਚ ਇੱਕ ਭਰੀ ਸੀ ਸਾਧਨਾ ਭਰੀ ਵੀ 1000 ਉਂਗਲੀ ਚਾਹੀਦੀ ਆ, ਜੀ ਫਿਰ ਤੂੰ ਮਤਲਬ ਦੁਬਾਰਾ ਆਪਣੇ ਕੰਮ ਤੇ ਦੂਸਰਾ ਕਰ ਸਕਦਾ। ਉਹ 1000 ਉਂਗਲੀ ਇਕੱਠੀ ਕਰਦਾ ਸੀ ਤਾਂ ਉਹ ਵੱਧ ਤੋਂ ਵੱਧ ਲੋਕ ਜੋ ਵੀ ਜਦੋਂ ਮਿਲਦਾ ਤੇ ਉਹਨੂੰ ਉਹਦਾ ਕਤਲ ਕਰਕੇ ਇੱਕ ਉਂਗਲੀ ਜਿਹੜੀ ਆ ਆਪਣੇ ਹਾਰ ਦੇ ਵਿੱਚ ਪਰੋ ਲੈਂਦਾ। ਇਸ ਕਰਕੇ ਉਹਨੂੰ ਉਂਗਲੀ ਮਾਲ ਡਾਕੂ ਕਿਹਾ। ਇਹ ਤਥਾਗਤ ਉੱਥੋਂ ਗੁਜ਼ਰਦੇ ਆ ਤੇ ਜਦੋਂ ਉਹਨੂੰ ਦੇਖਦੇ ਆ ਕਿ ਆਪਣੇ ਉਂਗਲੀ ਮਾਰ ਤੇ ਇਹਨਾਂ ਦੇ ਉਹ ਪਿੱਛੇ ਆਉਂਦਾ ਤਾਂ ਤਥਾਗਤ ਆਪਣੀ ਚਾਲ ਚੱਲ ਰਿਹਾ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਮੈਤਰੀ ਆ, ਕਰੁਣਾ ਆ, ਉਹਨੂੰ ਕਿਸੇ ਦਾ ਡਰ ਨਹੀਂ, ਜੰਗਲੀ ਜਾਨਵਰਾਂ ਦਾ ਡਰ ਨਹੀਂ ਜੀ। ਤਾਂ ਉਹ ਫਿਰ ਉਹ ਜਦੋਂ ਨਹੀਂ ਉਹਨਾਂ ਦਾ ਜ਼ੋਰ ਪੈਂਦਾ ਤੇ ਉਹਨਾਂ ਨੂੰ ਕਹਿੰਦੇ ਆ ਉਹ ਰੁਕ ਜਾ। ਜੀ ਤਥਾਗਤ ਬੁੱਧ ਨੂੰ ਕਹਿੰਦੇ ਆ ਤੇ ਉਹ ਕਹਿੰਦੇ ਵੀ ਮੈਂ ਤਾਂ ਰੁਕ ਗਿਆ, ਵੀ ਉਂਗਲੀ ਮਾਰ ਤੂੰ ਰੁਕ ਜਾ। ਇੱਥੇ ਉਪਦੇਸ਼ ਉਹਨਾਂ ਨੂੰ ਦਿੰਦੇ ਆ। ਜੀ ਤਾਂ ਜਦੋਂ ਫਿਰ ਉਹਨਾਂ ਦੀ ਮੁਲਾਕਾਤ ਹੁੰਦੀ ਆ ਉਹਨਾਂ ਨੂੰ ਫਿਰ ਕਹਿੰਦੇ ਆ ਵੀ ਇੱਦਾਂ ਕਰ ਉਂਗਲੀ ਮਾਰ ਵੀ ਉਹ ਜਿਹੜੀ ਪੇੜ ਆ ਉਹਦਾ ਇੱਕ ਪੱਤਾ ਤੋੜ ਕੇ ਲਿਆ। ਜੀ ਲੈ ਆਉਂਦੇ ਆ। ਜੀ ਹੁਣ ਕਹਿੰਦੇ ਇਹਨੂੰ ਜਾ ਕੇ ਜੋੜ ਦੇ। ਜੀ ਤਾਂ ਜਦੋਂ ਜੋੜਨ ਜਾਂਦਾ ਤੇ ਉਹ ਤਥਾਗਤ ਬੁੱਧ ਨੂੰ ਆ ਕੇ ਕਹਿੰਦਾ ਵੀ ਇਹ ਤਾਂ ਮੁਸ਼ਕਿਲ ਆ। ਜੀ ਤਾਂ ਉਹ ਕਹਿੰਦੇ ਵੀ ਤੂੰ ਕਿੰਨੀਆਂ ਜਾਨਾਂ ਅੱਜ ਤੱਕ ਲੈ ਚੁੱਕਾ ਆ। ਜੀ ਇਹਨਾਂ ਨੂੰ ਮੋੜ ਕੇ ਜ਼ਿੰਦਗੀ ਕਿੱਦਾਂ ਦੇ ਸਕਦਾ ਤੂੰ। ਜੀ ਵੀ ਹੁਣ ਵੀ ਤੇਰੇ ਕੋਲ ਵਕਤ ਆ। ਜੀ ਤੂੰ ਸੰਭਲ ਜਾ। ਜੀ ਧੰਮ ਦੇ ਰਸਤੇ ਤੇ ਆ ਜਾ। ਜੀ ਕਿਉਂਕਿ ਤਥਾਗਤ ਬੁੱਧ ਦੀ ਜਿਹੜੀ ਕਰੁਣਾ ਆ, ਮੈਤਰੀ ਆ, ਮੁਦਿਤਾ, ਉਪੇਖਾ, ਉਹਦੇ ਨਾਲ ਉਹ ਮੋਹਿਤ ਹੋ ਜਾਂਦਾ ਤੇ ਉਹਨ ਫਿਰ ਆਪਣੀ ਤਲਵਾਰ ਜਿਹੜੀ ਆ ਸੁੱਟ ਕੇ ਤੇ ਉਹਨੂੰ ਫਿਰ ਦੀਕਸ਼ਾ ਦਿੱਤੀ, ਭਿੱਖੂ ਬਣਿਆ। ਜੀ ਉਹਨਾਂ ਨੂੰ ਭਿੱਖੂ ਬਣਾਇਆ, ਉਂਗਲੀ ਮਾਲ ਡਾਕੂ ਨੂੰ ਭਿੱਖੂ ਬਣਾਇਆ। ਤੇ ਇਸ ਤਰ੍ਹਾਂ ਉਹ ਸਾਰੇ ਜਿੱਦਾਂ ਕਿ ਮਹਾਪਰਜਵਤੀ ਦੀ ਮੈਂ ਦੱਸਿਆ ਤੇ ਇਹਨਾਂ ਦੀਆਂ ਦੀਕਸ਼ਾ ਇਹ ਹੋਰ ਵੀ ਚੰਡਾਲਕਾ ਦੀ ਦੀਕਸ਼ਾ ਹੋਈ ਆ। ਜੀ ਫਿਰ ਹੋਰ ਪ੍ਰਕਿਰਤੀ ਚੰਡਾਲਕਾ ਸੀ ਉਹਦੀ ਦੀਕਸ਼ਿਤ ਕੀਤਾ ਤੇ ਇਸ ਤਰ੍ਹਾਂ ਦੀਕਸ਼ਾ ਦਾ ਜੋ ਹੈ ਚੱਲਦੂ ਰਹਿੰਦਾ। ਲੇਕਿਨ ਆਪਾਂ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਦੀਕਸ਼ਿਤ ਕੀਤਾ ਤੇ ਇੱਥੇ ਆਪਾਂ ਇਹ ਆ ਕਿ ਹੁਣ ਦੀਕਸ਼ਾਵਾਂ ਦਾ ਜਿਹੜਾ ਆ ਮੈਂ ਇਹ ਤੁਹਾਡੇ ਵੱਲ ਆਉਣ ਲੱਗਿਆ ਸੀ ਕਿਉਂਕਿ ਇੱਧਰੋਂ ਆਪਣੀ ਹੁਣ ਬ੍ਰੇਕ ਦਾ ਵੀ ਟਾਈਮ ਆ ਗਿਆ, ਇੱਧਰੋਂ ਦੀਕਸ਼ਾ ਜਿਹੜੀਆਂ ਉਹ ਵੀ ਤੁਸੀਂ ਤਕਰੀਬਨ ਸਾਰੀਆਂ ਦੱਸ ਦਿੱਤੀਆਂ। ਹੁਣ ਅਸੀਂ ਬ੍ਰੇਕ ਵੱਲ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਦੇ ਹਾਂ। ਸਾਡੀ ਇਹ ਜਿਹੜੀ ਵਾਰਤਾ ਹੈ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਤੁਸੀਂ ਕਿਤੇ ਜਾਣਾ ਨਹੀਂ। ਸੋ ਬ੍ਰੇਕ ਤੋਂ ਬਾਅਦ ਫਿਰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਲੋਟਸ ਟੈਲੀਵਿਜ਼ਨ ਤੇ ਆਪ ਜੀ ਦਾ ਸਵਾਗਤ ਹੈ। ਮੇਰੀ ਗੱਲਬਾਤ ਚੱਲ ਰਹੀ ਹੈ ਦੇਵਲਾਲ ਸੁਮਨ ਜੀ ਦੇ ਨਾਲ। ਸੁਮਨ ਜੀ, ਤੁਸੀਂ ਜੋ ਪਹਿਲਾਂ ਤਥਾਗਤ ਬੁੱਧ ਨੇ ਆਪਣਾ ਸੰਘ ਬਣਾ ਕੇ ਉਹਦੇ ਵਿੱਚ ਦੀਕਸ਼ਾ ਦੇ ਦਿੱਤੀਆਂ, ਹੁਣ ਜਿਹੜੀ ਆ ਕਿ ਤਥਾਗਤ ਬੁੱਧ ਦਾ ਸੰਘ ਵੀ ਬਣ ਗਿਆ, ਉਹਨਾਂ ਨੇ ਸੱਚ ਦੀ ਖੋਜ ਵੀ ਕਰ ਲਈ,
ਲੋਕਾਂ ਨੂੰ ਸੱਤ ਧੰਮ ਦੱਸਣਾ ਵੀ ਸ਼ੁਰੂ ਕਰ ਦਿੱਤਾ। ਕੀ ਉਹ ਆਪਣੇ ਪਰਿਵਾਰ ਕੋਲ ਵਾਪਸ ਗਏ? ਇਸ ਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ? ਇਹ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਕਿ ਜਦੋਂ ਆਪਾਂ ਹੁਣ ਦੀਕਸ਼ਾ ਦੀ ਗੱਲ ਕੀਤੀ, ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਜਿੱਦਾਂ ਸੁਪਾਕ ਸੁਪੀਆ ਜਿਹੜੇ ਅਛੂਤ ਸੀ ਉਹਨਾਂ ਦੀਆਂ ਵੀ ਦੀਕਸ਼ਾ ਹੋਈਆਂ ਜੀ। ਤਾਂ ਇੱਥੇ ਇੱਕ ਜ਼ਰੂਰ ਮੈਂ ਚੇਲੀ ਸਾਹਿਬ ਗੱਲ ਦੱਸਣੀ ਚਾਹਾਂਗਾ ਕਿ ਤਥਾਗਤ ਬੁੱਧ ਨੇ ਸਾਰੇ ਖਤਰੇ ਮੁੱਲ ਲੈ ਕੇ ਜੀ ਮਤਲਬ ਉਹਨਾਂ ਨੇ ਆਪਣਾ ਪ੍ਰਚਾਰ ਨਹੀਂ ਛੱਡਿਆ ਜੀ। ਤਾਂ ਇੱਥੇ ਮੈਂ ਇੱਕ ਗੱਲ ਦੱਸਾਂਗਾ ਕਿ ਖਤਰੇ ਦੀ ਗੱਲ। ਜੀ। ਤਾਂ ਇੱਕ ਵਾਰੀ ਦੀ ਗੱਲ ਆ ਕਿ ਉਹਦੇ ਜੋ ਰਾਜਗ੍ਰਹਿ ਦੇ ਨਜ਼ਦੀਕ ਹੀ ਇੱਕ ਕੁਝ ਲੋਕ ਜਿਹੜੇ ਸ਼ਿਕਾਰੀ ਕਰਨ ਵਾਲੇ ਲੋਕ ਰਹਿੰਦੇ ਸੀ ਜੀ। ਤਾਂ ਉਹਨਾਂ ਦੇ ਕੋਲ ਦੇ ਉਸ ਜਿਹੜਾ ਉਹਨਾਂ ਦਾ ਜਿਹੜੇ ਉਹਨਾਂ ਦੇ ਮਕਾਨ ਸੀ ਉਹਨਾਂ ਦੇ ਕੋਲ ਦੀ ਤਥਾਗਤ ਬੁੱਧ ਲੰਘੇ ਤੇ ਉਹ ਔਰਤਾਂ ਨੇ ਦੇਖਿਆ ਕਿ ਵੀ ਇਹ ਤਥਾਗਤ ਬੁੱਧ ਆ ਰਹੇ ਤੇ ਉਹਨਾਂ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਨੂੰ ਬਿਠਾਲ ਕੇ ਉਹਨਾਂ ਨੂੰ ਇੱਕ ਮੈਤਰੀ ਦਾ ਸੁੱਤ ਜਿਹੜਾ ਆ ਉਹ ਸਮਝਾਇਆ ਜੀ। ਤੇ ਉਹ ਜਦੋਂ ਉਹਨਾਂ ਮੈਤਰੀ ਦਾ ਸੁੱਤ ਸਮਝਾ ਕੇ ਧੰਮ ਨੂੰ ਸਮਝਾ ਕੇ ਤਾਂ ਉਹ ਜਿਹੜੀਆਂ ਔਰਤਾਂ ਸੀ ਤੇ ਉਹ ਬੁੱਧ ਦੀਆਂ ਮਤਲਬ ਉਹ ਚੇਲੀਆਂ ਬਣ ਗਈਆਂ ਜੀ। ਇੱਕ ਤਰ੍ਹਾਂ ਉਹ ਵੀ ਉਹਨਾਂ ਦੀਆਂ ਉਪਾਸਕ ਬਣ ਗਈਆਂ ਜੀ। ਉਹਨਾਂ ਨੂੰ ਵੀ ਦੀਕਸ਼ਾ ਦਿੱਤੀ ਜੀ। ਲੇਕਿਨ ਜਦੋਂ ਉਹਨਾਂ ਦੇ ਪਤੀ ਘਰ ਵਾਪਸ ਆਏ ਜੀ। ਤਾਂ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਔਰਤਾਂ ਸਾਡੀਆਂ ਨੂੰ ਮਤਲਬ ਇਹ ਮਤਲਬ ਦੀਕਸ਼ਾ ਦੇ ਗਏ ਆ ਤੇ ਉਹਨਾਂ ਨੂੰ ਬੜਾ ਗੁੱਸਾ ਆਇਆ ਜੀ। ਤੇ ਉਹ ਤਥਾਗਤ ਬੁੱਧ ਨੂੰ ਮਤਲਬ ਮਾਰਨ ਤੱਕ ਵੀ ਉਹਨਾਂ ਦੇ ਪਿੱਛੇ ਗਏ ਜੀ। ਲੇਕਿਨ ਤਥਾਗਤ ਦੀ ਆਪਣੀ ਮੈਤਰੀ ਸੁੱਤ ਜਿਹੜਾ ਉਹਨਾਂ ਨੂੰ ਸਮਝਾਇਆ ਤੇ ਉਹਨਾਂ 'ਤੇ ਵੀ ਅਸਰ ਹੋਇਆ ਤੇ ਉਹ ਵੀ ਫਿਰ ਉਹਨਾਂ ਦੇ ਉਪਾਸਕ ਬਣ ਗਏ। ਇਹ ਮੈਤਰੀ ਸੁੱਤ ਦੇ ਵਿੱਚ ਮੈਂ ਜ਼ਰੂਰ ਇੱਥੇ ਦੱਸਣਾ ਕਿ ਕਿਉਂਕਿ ਜਦੋਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਨਾ ਕਈ ਵਾਰੀ ਆਪਾਂ ਮੈਤਰੀ ਭਾਵਨਾ ਜਿਹੜੀ ਕਰਦੇ ਹਾਂ ਹਾਂਜੀ। ਉਹ ਤਥਾਗਤ ਬੁੱਧ ਕਹਿੰਦੇ ਆ ਕਿ ਇਹਦੇ 11 ਲਾਭ ਹੁੰਦੇ ਆ ਜੀ। ਤੇ ਜੇ ਉਹਦੇ ਵਿੱਚੋਂ ਥੋੜ੍ਹੇ ਮੈਂ ਤੁਹਾਨੂੰ ਗਿਣਾਵਾਂਗਾ। ਸਰੀਰ ਨੂੰ ਆਰਾਮ ਮਿਲਦਾ, ਹਾਂਜੀ। ਨੀਂਦ ਵਧੀਆ ਆਉਂਦੀ ਆ ਜਦੋਂ ਤੁਸੀਂ ਧੰਮ ਦੇ ਰਸਤੇ 'ਤੇ ਚੱਲਦੇ ਆ ਤੇ ਨੀਂਦ ਵਧੀਆ ਆਉਂਦੀ ਆ। ਫਿਰ ਕਹਿੰਦੇ ਮਨ ਇਕਾਗਰ ਰਹਿੰਦਾ ਆ ਜੀ। ਮਨ ਇਕਾਗਰ ਦੇ ਨਾਲ ਨਾਲ ਉਹ ਫਿਰ ਕਹਿੰਦੇ ਆ ਕਿ ਭੈੜੇ ਸੁਪਨੇ ਨਹੀਂ ਆਉਂਦੇ। ਜਦ ਤੁਸੀਂ ਚੰਗਾ ਕੰਮ ਕਰਨਾ ਭੈੜੇ ਸੁਪਨਿਆਂ ਦਾ ਕੋਈ ਮਤਲਬ ਹੀ ਨਹੀਂ ਜੀ। ਸ਼ੀਲਾਂ 'ਤੇ ਚੱਲਦੇ ਆ ਤੇ ਜਿਹੜੇ ਈਵਨ ਦੇਵਤਾ ਗੁਣ ਵੀ ਗਣ ਜਿਹੜੇ ਆ ਉਹ ਵੀ ਤੁਹਾਡੀ ਰੱਖਿਆ ਕਰਦੇ ਆ ਜੀ। ਤੇ ਸਭ ਨੂੰ ਪਿਆਰ ਕਰਦੇ ਆ ਜੀ। ਮਤਲਬ ਇਹ ਤੁਹਾਡੇ ਵਿੱਚ ਇੱਕ ਗੁਣ ਆ ਜਾਂਦਾ। ਤੇ ਜਿਹੜੇ ਜੰਗਲੀ ਜਾਨਵਰ ਆ ਜਾਂ ਕੋਈ ਖੂੰਖਾਰ ਜਾਨਵਰ ਆ ਉਹ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਜਿਸ ਤਰ੍ਹਾਂ ਕਿ ਤਥਾਗਤ ਬੁੱਧ ਨੂੰ ਤੁਸੀਂ ਦੇਖੋ ਇੱਕ ਡਾਕੂ ਆ ਉਹ ਵੀ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਿਆ ਜੀ। ਤੇ ਇਸ ਤਰ੍ਹਾਂ ਤੁਹਾਨੂੰ ਮਤਲਬ ਜਿਹੜੇ ਜੇ ਯੁੱਧ ਦੇ ਕਲੇਸ਼ ਜੀ ਉਹ ਤੋਂ ਤੁਸੀਂ ਬਚੇ ਰਹਿੰਦੇ ਆ। ਇਸ ਤਰ੍ਹਾਂ ਦੇ ਮਤਲਬ ਤੁਹਾਨੂੰ ਅੱਗ ਜਾਂ ਪਾਣੀ ਤੁਹਾਡਾ ਨੁਕਸਾਨ ਨਹੀਂ ਕਰ ਸਕਦੇ ਜੀ। ਤੇ ਕੰਮ ਵਿੱਚ ਤੁਹਾਡੀ ਕਾਮਯਾਬੀ ਪ੍ਰਾਪਤ ਹੁੰਦੀ ਕਿਉਂਕਿ ਜਦੋਂ ਤੁਸੀਂ ਤਥਾਗਤ ਬੁੱਧ ਦਾ ਜੋ ਧੰਮ ਆ ਜਦੋਂ ਤੁਸੀਂ ਉਹਦੇ 'ਚ ਆਪਾਂ ਜਦੋਂ ਇਕਾਗਰਤਾ ਦੀ ਗੱਲ ਕਰਦੇ ਮਾਈਂਡਫੁਲ ਦੀ ਗੱਲ ਕਰਦੇ ਆ ਅਸ਼ਟਾਂਗਿਕ ਮਾਰਗ ਦੇ ਵਿੱਚ ਜੀ ਤਾਂ ਉਹ ਜਦੋਂ ਤੁਹਾਡੇ ਕੋਲ ਮੈਤਰੀ ਆਈ ਹੁੰਦੀ ਤੁਹਾਡੇ ਵਿੱਚ ਇਹ ਮਾਈਂਡਫੁਲਨੈਸ ਵੀ ਆਉਂਦੀ ਆ ਜੀ। ਤੇ ਉਹਦੇ ਨਾਲ ਤੁਸੀਂ ਹਰ ਕੰਮ ਦੇ ਵਿੱਚ ਤੁਸੀਂ ਕਾਮਯਾਬ ਹੁੰਦੇ ਆ ਤੇ ਫਿਰ ਤੁਹਾਨੂੰ ਨਿਰਵਾਣ ਦਾ ਰਸਤਾ ਜਿਹੜਾ ਆ ਉਹ ਨਿਰਵਾਣ ਦੇ ਰਸਤੇ ਤੇ ਤੁਸੀਂ ਆ ਜਾਂਦੇ ਆ ਜੀ। ਇਹਦੇ ਮੈਤਰੀ ਸੁੱਤ ਦੇ ਇਹ। ਤਾਂ ਹੁਣ ਤੁਹਾਡੀ ਗੱਲ ਕਿ ਕਿਉਂਕਿ ਹੁਣ ਕੀ ਉਹ ਵਾਪਸ ਕਰ ਗਏ ਰਾਜਗ੍ਰਹਿ ਜਿਹੜੇ ਜਦੋਂ ਸਾਰੀਪੁੱਤ ਤੇ ਮਦਗਲਿਆਣ ਦੀ ਦੀਕਸ਼ਾ ਹੋਈ 2 ਮਹੀਨੇ ਹੋ ਗਏ ਇਹ ਰਾਜਗ੍ਰਹਿ ਦੇ ਵਿੱਚ ਹੀ ਰਹਿ ਰਹੇ ਸੀ ਤਥਾਗਤ ਜੀ। ਤੇ ਉੱਥੇ ਫਿਰ ਸਾਕਿਆ ਦੇ ਵਿੱਚ ਕਪਿਲਵਸਤੂ ਦੇ ਵਿੱਚ ਉਹਨਾਂ ਦੇ ਪਿਤਾ ਸੁਧੋਧਨ ਨੂੰ ਪਤਾ ਲੱਗਦਾ ਕਿ ਜੋ ਮੇਰਾ ਬੇਟਾ ਜੋ ਹੁਣ ਬੁੱਧ ਬਣ ਗਿਆ ਵੀ ਉਹ ਹੁਣ ਰਾਜਗ੍ਰਹਿ ਦੇ ਵਿੱਚ ਰਹਿੰਦੇ ਆ ਜੀ। ਉਹਨਾਂ ਨੇ ਚਾਹਿਆ ਕਿ ਕਿਉਂ ਨਾ ਵੀ ਮੇਰਾ ਬੇਟਾ ਜਿਹੜਾ ਮੈਂ ਉਹਨੂੰ ਮਿਲਣਾ ਜੀ। ਤੇ ਉਹਨ ਆਪਣਾ ਸੁਨੇਹਾ ਭੇਜਿਆ ਹੂੰ। ਇੱਕ ਦਰਬਾਰੀ ਦੇ ਪੁੱਤਰ ਕਾਲੂਦਾਈ ਉਹਦਾ ਨਾਂ ਸੀ ਜੀ। ਉਹਦੇ ਕੋਲ ਭੇਜਿਆ ਕਿ ਵੀ ਤੇਰਾ ਪਿਤਾ ਉਹਨੂੰ ਦੱਸੋ ਕਿ ਤਥਾਗਤ ਬੁੱਧ ਨੇ ਵੀ ਤੁਹਾਡੇ ਪਿਤਾ ਜਿਹੜੇ ਆ ਹੁਣ ਮਰਨ ਕਿਨਾਰੇ ਆ ਵੀ ਉਹ ਮਰਨ ਤੋਂ ਪਹਿਲਾਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਜੀ। ਤੇ ਜਿਹੜਾ ਵਜ਼ੀਰ ਆਪਣੇ ਵਜ਼ੀਰ ਦਾ ਪੁੱਤਰ ਸੀ ਦਰਬਾਰੀ ਦਾ ਉਹ ਜਾ ਕੇ ਤਾਂ ਤਥਾਗਤ ਬੁੱਧ ਕੋਲ ਪਹੁੰਚਦੇ ਆ ਤੇ ਉੱਥੇ ਉਹਨਾਂ ਨੂੰ ਨਮਸਕਾਰ ਕਰਕੇ ਬੇਨਤੀ ਕਰਦੇ ਆ ਜੀ। ਤੇ ਉਹਨਾਂ ਦੱਸਦੇ ਆ ਕਿ ਵੀ ਇਹ ਤਥਾਗਤ ਵੀ ਤੁਹਾਡੇ ਪਿਤਾ ਜਿਹੜੇ ਆ ਵੀ ਉਹ ਕਾਫੀ ਬੁੱਢੇ ਹੋ ਚੁੱਕੇ ਆ ਉਹਨਾਂ ਦੀ ਤਮੰਨਾ ਆ ਕਿ ਮੇਰਾ ਪੁੱਤ ਕਪਿਲਵਸਤੂ ਆਵੇ ਤੇ ਅਸੀਂ ਸਾਰੇ ਉਹਨਾਂ ਨਾਲ ਦਰਸ਼ਨ ਕਰੀਏ ਜੀ। ਤਾਂ ਉਹ ਫਿਰ ਕਿਉਂਕਿ 7 ਸਾਲ ਹੋ ਗਏ ਸੀ ਘਰੋਂ ਵਿਛੜਿਆਂ ਨੂੰ ਜੀ। ਤਾਂ ਤਥਾਗਤ ਤੁਹਾਨੂੰ ਪਤਾ ਕਿ ਉਹਨਾਂ ਦੇ ਵਿੱਚ ਕਰੁਣਾ ਮੈਤਰੀ ਹਰ ਇੱਕ ਲਈ ਆ ਜੀ। ਤੇ ਉਹਨਾਂ ਨੇ ਫਿਰ ਉਹਨਾਂ ਦਾ ਜਿਹੜਾ ਕਬੂਲ ਕਰ ਲਿਆ ਐਕਸੈਪਟ ਕਰ ਤੇ ਕਲਦਾਈ ਜਿਹੜਾ ਆ ਉਹ ਬੜਾ ਖੁਸ਼ੀਆਂ ਦੇ ਨਾਲ ਨੱਚਦਾ ਜਾਂਦਾ ਆ ਕੇ ਜਾ ਕੇ ਮੈਂ ਰਾਜੇ ਨੂੰ ਦੱਸਾਂ ਕਿ ਵੀ ਮੰਨ ਗਏ ਆ ਜੀ। ਤੇ ਇਧਰੋਂ ਤਥਾਗਤ ਬੁੱਧ ਵੀ ਆਪਣੇ ਸਾਰੀਪੁੱਤ ਦੇ ਮਗਦਲਿਆਣ ਤੇ ਸੰਘ ਦੇ ਨਾਲ ਤੁਰ ਪੈਂਦੇ ਆ ਜੀ। ਤੇ ਜਦੋਂ ਫਿਰ ਉੱਥੇ ਪਹੁੰਚਦੇ ਆ ਤੇ ਸੁਧੋਧਨ ਤੇ ਮਹਾ ਪ੍ਰਜਾਪਤੀ ਗੌਤਮੀ ਇਹ ਆਪਣੇ ਰੱਥ ਦੇ ਵਿੱਚ ਆ ਕੇ ਬਾਕੀ ਸਾਰੇ
ਸ਼ਹਿਰ ਦੇ ਜੋ ਲੋਕ ਆ ਉੱਥੇ ਆ ਰਹੇ ਆ ਤੇ ਖੁਸ਼ੀਆਂ ਦਾ ਮਾਹੌਲ ਹੋ ਗਿਆ ਕਿ ਜਿਸ ਤਰ੍ਹਾਂ ਕਿ ਮਤਲਬ ਕੋਈ ਮੇਲੇ ਵਾਂਗੂ ਉੱਥੇ ਇਕੱਤਰ ਹੋ ਗਏ ਪਿੰਡ ਸ਼ਹਿਰ ਦੇ ਬਾਹਰ ਬਗੀਚੇ ਦੇ ਕੋਲ। ਤੇ ਉੱਥੇ ਜਦੋਂ ਤਥਾਗਤ ਨੂੰ ਦੂਰੋਂ ਦੇਖਦੇ ਆ ਤੇ ਤਾਂ ਜਿਹੜਾ ਉਹਨਾਂ ਦਾ ਰਾਜਾ ਸੁਧੋਧਨ ਹੈ, ਉਹਨਾਂ ਦੇ ਪਿਤਾ, ਉਹਦੇ ਅੱਖਾਂ ਦੇ ਵਿੱਚੋਂ ਪਾਣੀ ਆ ਰਿਹਾ ਕਿ ਵੀ ਮੈਂ 7 ਸਾਲਾਂ ਬਾਅਦ ਆਪਣੇ ਬੇਟੇ ਨੂੰ ਦੇਖ ਰਿਹਾ। ਤੇ ਉਹਨਾਂ ਨੂੰ ਮਤਲਬ ਬੇਸ਼ੱਕ ਉਹ ਉਹਨਾਂ ਦੇ ਹਿਰਦੇ ਦੇ ਨਜ਼ਦੀਕ ਸੀ ਜੀ, ਲੇਕਿਨ ਫਿਰ ਵੀ ਉਹ ਦੂਰ ਲੱਗਦੇ ਸੀ ਕਿਉਂਕਿ ਅੱਜ ਉਹ ਸਿਧਾਰਥ ਨਹੀਂ ਸੀ ਜੀ। ਤੇ ਜਦੋਂ ਲਾਗੇ ਆਉਂਦੇ ਆ ਤੇ ਲਾਗੇ ਆ ਕੇ ਤਾਂ ਉਹ ਜਿਹੜੇ ਉਹਨਾਂ ਦੇ ਫਿਰ ਉਹਨਾਂ ਨੇ ਦੇਖਿਆ ਕਿ ਹੁਣ ਮੈਂ ਸਿਧਾਰਥ ਨਹੀਂ, ਇਹ ਗੌਤਮ ਬੁੱਧ ਆ ਜੀ। ਉਹਨਾਂ ਨੇ ਫਿਰ ਉਹਨਾਂ ਦੀ ਉਸ ਧਾਰਮਿਕਤਾ ਦੀ ਨੂੰ ਉਹਦੀ ਪਰੰਪਰਾ ਨੂੰ ਰੱਖਦੇ ਹੋਏ ਉਹ ਰੱਥ 'ਚ ਉਤਰੇ ਜੀ ਤੇ ਉਹਨਾਂ ਨੂੰ ਪ੍ਰਣਾਮ ਕੀਤਾ ਜੀ। ਅੱਜ ਉਹ ਪਿਤਾ ਨੂੰ, ਆਪਣੇ ਪੁੱਤਰ ਨੂੰ ਪ੍ਰਣਾਮ ਨਹੀਂ ਕਰ ਰਹੇ ਜੀ, ਉਹ ਤਥਾਗਤ ਬੁੱਧ ਨੂੰ ਪ੍ਰਣਾਮ ਕਰ ਰਹੇ ਆ। ਤੇ ਇਸ ਤਰ੍ਹਾਂ ਬੜਾ ਮਤਲਬ ਇੱਕ ਭਾਵਕ ਸਮਾਂ ਉਹ ਜਿਹੜੀ ਉਸ ਤਸਵੀਰ ਆ, ਜਿਸ ਤਰ੍ਹਾਂ ਕਿ ਤਥਾਗਤ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇਹਦੇ ਵਿੱਚ ਬੁੱਧਾ ਨਹੀਂ ਧੰਮਾ ਦੇ ਵਿੱਚ ਬਿਆਨ ਕਰਦੇ ਆ ਕਿ ਬੜੀ ਨਾਜ਼ੁਕ, ਬੜੀ ਮਤਲਬ ਭਾਵਕ ਇੱਕ ਉਹ ਮੀਟਿੰਗ ਸਥਿਤੀ ਆ। ਇੱਥੇ ਗੱਲ ਚੱਲਦੀ ਆ ਕਿ ਉਹ ਕਹਿੰਦੇ ਵੀ ਜਦੋਂ ਉਹ ਕਹਿੰਦੇ ਆ ਕਿ ਰਾਜਾ ਉਹਨਾਂ ਨੂੰ ਦੇਖ ਕੇ ਉਹ ਆਪਣੇ ਦੁੱਖ ਦੇ ਵਿੱਚ ਸੁਖੀ ਵੀ ਆ ਲੇਕਿਨ ਸੁੱਖ ਦੇ ਵਿੱਚ ਦੁਖੀ ਵੀ ਆ ਜੀ। ਉਹਦੇ ਮਨ ਦੇ ਵਿੱਚ ਭਾਵਨਾ ਆਉਂਦੀਆਂ ਕਿ ਵੀ ਇਹ ਮੇਰਾ ਰਾਜ ਪਾਠ ਸੰਭਾਲਣਾ ਸੀ ਜੀ। ਤਾਂ ਲੇਕਿਨ ਤਾਂ ਫਿਰ ਕਰਦੇ ਉਹ ਉਹਨਾਂ ਦੇ ਕੋਲ ਬੈਠੇ ਤਾਂ ਉਹਨਾਂ ਦਾ ਜਿਗਰਾ ਨਹੀਂ ਪੈ ਰਿਹਾ, ਮੈਂ ਕਿਹੜੇ ਜਿਗਰੇ ਨਾਲ ਇਹਨਾਂ ਨੂੰ ਕਹਾਂ। ਲੇਕਿਨ ਫਿਰ ਉਹਨੂੰ ਕਹਿੰਦੇ ਆ ਕਿ ਵੀ ਮਨ ਦੇ ਵਿੱਚ ਉਹਨਾਂ ਦੇ ਆਉਂਦੀ ਆ ਕਿ ਜੇ ਮੇਰਾ ਰਾਜ ਭਾਗ ਮੈਂ ਇਹਨੂੰ ਦੇ ਵੀ ਦੇਵਾਂ ਤੇ ਇਹ ਹੁਣ ਸਿਧਾਰਥ ਗੌਤਮ ਨੇ, ਇਹ ਬੁੱਧ ਆ, ਇਹਨਾਂ ਨੇ ਉਹਨੀ ਮਿੱਟੀ ਦੇ ਭਾਅ ਮਤਲਬ ਉਹਨੂੰ ਕਬੂਲ ਨਹੀਂ ਕਰਨਾ ਜੀ। ਤਾਂ ਇੱਥੇ ਫਿਰ ਤਥਾਗਤ ਬੁੱਧ ਜਿਹੜੇ ਆ ਆਪਣੇ ਪਿਤਾ ਨੂੰ ਫਿਰ ਸੰਬੋਧਨ ਕਰਦੇ ਆ ਜੀ। ਕਹਿੰਦੇ ਵੀ ਮੇਰੇ ਪਿਤਾ, ਮੈਨੂੰ ਪਤਾ ਆ ਕਿ ਤੇਰਾ ਮੇਰੇ ਨਾਲ ਬਹੁਤ ਮੋਹ ਆ ਜੀ, ਪਿਆਰ ਦੇ ਬੰਧਨ ਆ ਜੀ, ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਾਂਗਾ, ਇਹ ਜਿਹੜੇ ਤੁਹਾਡੇ ਪਿਆਰ ਦੇ ਬੰਧਨ ਹੈ ਪੁੱਤਰ ਲਈ ਜੀ, ਇਹ ਕਿਤੇ ਤੁਸੀਂ ਮਾਨਵ ਬਧੂਆਂ ਲਈ ਇਹ ਬੰਧਨ ਬੰਨ੍ਹ ਲਓ ਜੀ ਤਾਂ ਫਿਰ ਤੁਹਾਨੂੰ ਸਿਧਾਰਥ ਤੋਂ ਵੀ ਉੱਪਰ ਉੱਠ ਕੇ ਕੋਈ ਤੁਹਾਨੂੰ ਮਿਲੂਗਾ ਜੀ, ਕਿ ਜਿਹੜਾ ਸੱਚ ਜਾਣਨ ਵਾਲਾ ਆ ਜੀ, ਸ਼ਾਂਤੀ ਪ੍ਰਦਾਨ ਕਰਨ ਵਾਲਾ ਆ ਜੀ, ਜਿਹੜਾ ਬੁੱਧ ਆ ਉਹ ਮਿਲੂਗਾ। ਤੇ ਇਹ ਗੱਲ ਦਾ ਉਹਨਾਂ 'ਤੇ ਬੜਾ ਅਸਰ ਹੋਇਆ ਜੀ। ਤੇ ਉਹਨਾਂ ਨੇ ਫਿਰ ਉਹਨਾਂ ਨੂੰ ਕਿਹਾ ਕਿ ਮੈਂ ਹਾਂ ਠੀਕ ਹੈ, ਮੈਂ ਜੋ ਤੁਸੀਂ ਮੈਨੂੰ ਪ੍ਰਵਚਨ ਦਿੱਤੇ, ਦੇਸ਼ਨਾ ਦਿੱਤੀ, ਮੈਂ ਇਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਜੀ। ਤੇ ਇਹ ਉਹਨਾਂ ਦੀ ਵਾਰਤਾ ਜਿਹੜੀ ਆ ਉੱਥੇ ਮੁੱਕ ਜਾਂਦੀ ਆ ਤੇ ਉਹ ਵਾਪਸ ਘਰ ਨੂੰ ਆ ਜਾਂਦੇ ਆ ਜੀ। ਤੇ ਦੂਸਰੇ ਦਿਨ ਜਦੋਂ ਰਾਤ ਤੋਂ ਬਾਅਦ ਦੂਸਰੇ ਦਿਨ ਆਪਣੀ ਭਿੱਖਿਆ ਲੈਣ ਲਈ ਉਹ ਕਪਿਲਵਸਤੂ ਦੇ ਤਥਾਗਤ ਬੁੱਧ ਆਉਂਦੇ ਆ ਜੀ। ਤਾਂ ਉਹ ਜਦੋਂ ਭਿੱਖਿਆ ਮੰਗ ਰਹੇ, ਦੁਨੀਆ ਬੜੀ ਹੈਰਾਨ ਆ ਕਿ ਉਹ ਬੜੀ ਗੱਲ ਫੈਲਦੀ, ਇੱਦਾਂ ਦੀ ਗੱਲ ਫੈਲਦੀ ਹੈ ਨਾ ਕਿ ਇੱਕ ਰਾਜੇ ਦਾ ਪੁੱਤਰ। ਨਹੀਂ, ਇੱਥੇ ਤੁਸੀਂ ਥੋੜ੍ਹਾ ਜਿਹਾ ਮੈਨੂੰ ਹੋਰ ਦੱਸੋਗੇ ਕਿ ਉਹ ਘਰ ਆ ਗਏ, ਆਪਣੇ ਬਾਪ ਨੂੰ ਤਾਂ ਮਿਲੇ, ਆਪਣੀ ਪਤਨੀ ਔਰ ਆਪਣੇ ਪੁੱਤਰ ਨੂੰ। ਇੱਥੇ ਮੈਂ ਤੁਹਾਨੂੰ ਦੱਸਦਾ ਕਿ ਗੱਲ, ਤੇ ਇਹ ਜਦੋਂ ਫਿਰ ਇਹ ਗੱਲ ਚੱਲਦੀ ਹੈ ਤੇ ਉਹ ਇੱਥੇ ਮੈਂ ਉਹ ਉੱਥੇ ਜਾਣਾ ਹੈ। ਤੇ ਉਹ ਜਦੋਂ ਦੂਸਰੇ ਦਿਨ ਫਿਰ ਕਪਿਲਵਸਤੂ ਆਉਂਦੇ, ਕਿਉਂਕਿ ਤਥਾਗਤ ਬੁੱਧ ਉਹ ਬਗੀਚੇ ਦੇ ਵਿੱਚ ਠਹਿਰੇ ਹੋਏ ਆ ਜੀ, ਐਕਚੁਅਲੀ ਕਪਿਲਵਸਤੂ ਸ਼ਹਿਰ ਦੇ ਵਿੱਚ ਨਹੀਂ ਹਜੇ ਜੀ ਜੀ ਜੀ। ਤਾਂ ਉਹ ਉੱਥੋਂ ਬਗੀਚੇ ਦੇ ਵਿੱਚ ਆਪਣੇ ਭਿੱਖੂ ਸੰਘ ਦੇ ਨਾਲ ਭਿੱਖਿਆ ਲਈ ਲੈਂਦੇ ਆ ਤੇ ਅੱਗ ਵਾਂਗੂ ਗੱਲ ਫੈਲ ਗਈ, ਰਾਜੇ ਦਾ ਪੁੱਤਰ ਸਿਧਾਰਥ ਜਿਹੜਾ ਹੁਣ ਬੁੱਧ ਬਣ ਗਿਆ, ਦੇਖੋ ਮਿੱਟੀ ਦੇ ਬਰਤਨ, ਇਹ ਆਹ ਚੋਲੇ ਪਾ ਕੇ ਤਾਂ ਭਿੱਖਿਆ ਮੰਗ ਰਿਹਾ ਜੀ। ਤਾਂ ਉਹ ਜਦੋਂ ਰਾਜੇ ਨੂੰ ਪਤਾ ਲੱਗਾ, ਰਾਜਾ ਸੁਧੋਧਨ ਆਇਆ ਤੇ ਕਹਿੰਦਾ ਬੇਟਾ ਮੇਰਾ ਕਿਉਂ ਨਾਂ ਖਰਾਬ ਕਰ ਰਿਹਾ, ਵੀ ਤੈਨੂੰ ਪਤਾ ਤੂੰ ਰਾਜੇ ਦਾ ਪੁੱਤਰ ਆ ਜੀ ਤੇ ਮੇਰੀ ਬੇਇੱਜ਼ਤੀ ਹੋ ਰਹੀ ਹੈ ਜੀ। ਤਥਾਗਤ ਕਿ ਦੇਖੋ ਕਿੰਨਾ ਸੋਹਣਾ ਜਵਾਬ ਦਿੰਦੇ ਆ ਜੀ। ਉਹ ਕਹਿੰਦੇ ਇਹ ਰਾਜਨ ਜੀ, ਤੁਹਾਡੀ ਜਿਹੜੀ ਕੁੱਲ ਆ ਹੁਣ ਕਸ਼ਤਰੀਆਂ ਦੀ ਕੁੱਲ ਜੀ, ਕੁੱਲ ਆ, ਲੇਕਿਨ ਮੇਰੀ ਕੁੱਲ ਜਿਹੜੀ ਆ ਹੁਣ ਇਹ ਬੁੱਧਾਂ ਦੀ ਕੁੱਲ ਆ। ਤੇ ਬੁੱਧਾਂ ਦੀ ਇਹ ਰੀਤ ਆ ਜੀ ਕਿ ਜਿਹੜਾ ਖਾਣਾ ਆ, ਇੱਕ ਜਿਹੜਾ ਜਿੱਦਾਂ ਉਹ ਖਾਣਾ ਭਿੱਖਿਆ ਲੈ ਕੇ ਤੇ ਖਾਣਾ ਆਪਣੇ, ਅਸੀਂ ਪੇਟ ਭਰਨ ਲਈ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ, ਉਹਨੂੰ ਐਨਰਜੀ ਪੈਦਾ ਕਰਨ ਲਈ ਖਾਣਾ ਖਾਂਦੇ ਆ, ਬਾਕੀ ਸਾਨੂੰ ਕੁਛ ਹੋਰ ਨਹੀਂ ਚਾਹੀਦਾ ਜੀ। ਲੇਕਿਨ ਫਿਰ ਵੀ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਤੁਸੀਂ ਘਰ ਜ਼ਰੂਰ ਆਓ ਜੀ। ਤੇ ਜਦੋਂ ਘਰ ਆਉਂਦੇ ਆ ਤੇ ਘਰ ਆ ਕੇ ਉਹਨਾਂ ਦੀ ਫਿਰ ਮੁਲਾਕਾਤ ਹੁੰਦੀ ਹੈ ਤੇ ਜਦੋਂ ਦੇਖਦੇ ਆ ਤਾਂ ਫਿਰ ਉਹੀ ਰਾਜੇ ਦਾ ਜਿਹੜਾ ਚਿੱਤ ਆ ਫਿਰ ਡੋਲਦਾ ਜੀ। ਫਿਰ ਉਹ 'ਤੇ ਤਾਂ ਉਹਨਾਂ ਦੀ ਮੁਲਾਕਾਤ ਹੋ ਜਾਂਦੀ ਆ। ਤੇ ਲੇਕਿਨ ਇੱਥੇ ਮੈਂ ਜ਼ਰੂਰ ਕਿ ਉੱਥੇ ਫਿਰ ਯਸ਼ੋਧਰਾ ਤੇ ਉਹਨਾਂ ਦਾ ਪੁੱਤਰ ਰਾਹੁਲ ਉਹ ਨਹੀਂ ਉੱਥੇ ਮੌਜੂਦ, ਉਹ ਨਹੀਂ ਸਾਹਮਣੇ ਹੁੰਦੇ, ਉਹ ਸਾਹਮਣੇ ਨਹੀਂ ਹੁੰਦੇ ਜੀ। ਤਾਂ ਫਿਰ ਇਹ ਤਥਾਗਤ ਪੁੱਛਦੇ ਆ ਕਿ ਵੀ ਯਸ਼ੋਧਰਾ ਕਿੱਥੇ ਆ ਤੇ ਉਹ ਕਿਉਂ ਨਹੀਂ ਆਏ। ਤੇ ਜੋ ਉੱਧਰੋਂ ਯਸ਼ੋਧਰਾ ਵੀ ਚਾਹੁੰਦੇ ਸੀਗੇ ਕਿ ਵੀ ਉਹ ਆਪ ਆਉਣਗੇ ਜੀ। ਤਾਂ ਫਿਰ ਉਹ ਆਪਣੇ ਸਾਰੀ ਪੁੱਤ ਤੇ ਮਦਲਿਆਣ ਨੂੰ ਨਾਲ ਲੈ ਕੇ ਜਾਂਦੇ ਆ
ਜੀ ਯਸ਼ੋਧਰਾ ਦੇ ਵੱਲ ਨੂੰ ਜਦੋਂ ਜਾ ਰਹੇ ਆ ਤੇ ਨਾਲੇ ਨਾਲ ਉਹ ਸਾਰੀ ਪੁੱਤ ਗਲਿਆਣ ਜੀ ਨੂੰ ਕਹਿ ਰਹੇ ਆ ਕਿ ਮੈਨੂੰ ਪਤਾ ਹੈ ਕਿ ਯਸ਼ੋਧਰਾ ਨੇ 7 ਸਾਲ ਮੈਂ ਉਹ ਤੋਂ ਜੁਦੇ ਹੋਇਆ ਨੂੰ ਹੋਇਆ ਕਿ ਉਹ ਮੈਂ ਤਿਆਗ ਕੀਤਾ ਸੀ, ਉਹਦੀਆਂ ਭਾਵਨਾਵਾਂ ਦਾ ਜਿਹੜੀਆਂ ਪਤਾ ਨਹੀਂ ਕੀ ਉਹਨਾਂ ਦੇ ਦਿਲ ਦੇ ਵਿੱਚ ਹੋਊਗਾ ਜੀ ਤਾਂ ਲੇਕਿਨ ਉਹ ਜਿੰਨਾ ਚਿਕਰ ਉਹਦਾ ਜਿਹੜਾ ਗੁੱਸਾ ਜਾਂ ਉਹਦੀਆਂ ਭਾਵਨਾਵਾਂ ਚੰਗੀ ਤਰ੍ਹਾਂ ਬਹਿ ਨਾ ਜਾਣ, ਜੀ ਹੁਣ ਸ਼ਾਇਦ ਹੋ ਸਕਦਾ ਕਿ ਉਹ ਰੋਵੇ ਵੀ ਜੀ ਤਾਂ ਲੇਕਿਨ ਜੇ ਉਹ ਇਸ ਤਰ੍ਹਾਂ ਭਾਵੁਕ ਹੋ ਕੇ ਮੈਨੂੰ ਟੱਚ ਵੀ ਕਰ ਲਿਆ, ਤੁਸੀਂ ਉਹਨੂੰ ਟੱਚ ਕਰ ਲੈਂਦੇ ਹੋ। ਜੀ ਜਦੋਂ ਉਹਨਾਂ ਕੋਲ ਪਹੁੰਚੇ ਤਾਂ ਉਹ ਫਿਰ ਉਹਨਾਂ ਦੀ ਭਾਵਨਾਵਾਂ ਜਿਹੜੀਆਂ ਆ ਉਹ ਤੁਹਾਨੂੰ ਪਤਾ ਕਿ ਇੰਨੇ ਚਿਰ ਤੋਂ ਬਾਅਦ ਤਾਂ ਲੇਕਿਨ ਇੱਕ ਅੰਦਰੋਂ ਖੁਸ਼ ਆ ਜੀ ਕਿ ਮੇਰਾ ਪਤੀ ਹੁਣ ਜਿਹੜਾ ਆ ਬੁੱਧ ਬਣਿਆ ਹੈ। ਜੀ ਉਹ ਇੱਕ ਸਿਧਾਰਥ ਗੌਤਮ ਦੀ ਪਤਨੀ ਨਹੀਂ ਹੁਣ, ਜੀ ਉਹ ਤਥਾਗਤ ਬੁੱਧ ਦੀ ਪਤਨੀ ਇੱਕ ਪਤਨੀ ਆ। ਠੀਕ ਹੈ। ਤੇ ਉਹਦੀ ਜਿਹੜੀ ਰਿਸਪੈਕਟ ਆ ਤੇ ਫਿਰ ਉਹਨੇ ਬੜੇ ਮਤਲਬ ਥੱਲੇ ਨੀਵੇਂ ਹੋ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਤੇ ਉਹ ਫਿਰ ਰਾਜਾ ਉਹ ਬੋਲਦੇ ਨਹੀਂ ਕੁਛ ਵੀ, ਲੇਕਿਨ ਰਾਜਾ ਜਦ ਤੱਕ ਰਾਜਾ ਆ ਜਾਂਦਾ ਜੀ ਤੇ ਉਹ ਫਿਰ ਯਸ਼ੋਧਰਾ ਵੱਲੋਂ ਦੱਸਦਾ ਕਿ ਦੇਖੋ ਤੁਹਾਨੂੰ 7 ਸਾਲ ਇਹਨਾਂ ਆਪਣੇ ਮਤਲਬ ਉਹ ਤੁਹਾਡੇ ਵਿਛੋੜੇ ਦੇ ਵਿੱਚ ਇਹਨ ਗੁਜ਼ਾਰੇ ਆ ਜੀ ਵੀ ਹੁਣ ਵੀ ਚਾਂਸ ਹੈਗਾ ਕਿ ਤੁਸੀਂ ਵਾਪਸ ਇਹ ਆਪਣਾ ਰਾਜ ਭਾਗ ਸਾਂਭ ਲਓ। ਤੁਸੀਂ ਸੰਨਿਆਸੀ ਠੀਕ ਹੈ, ਤੁਸੀਂ ਬੁੱਧ ਆ, ਤੁਸੀਂ ਬੁੱਧ ਬਣੇ ਰਹੋ, ਲੇਕਿਨ ਰਾਜ ਭਾਗ ਲੈਂਦੇ ਹੋਏ ਵੀ ਤੁਸੀਂ ਬੁੱਧ ਬਣੇ ਰਹਿ ਸਕਦੇ ਆ, ਲੇਕਿਨ ਤਥਾਗਤ ਨਹੀਂ ਮੰਨਦੇ। ਜੀ ਫਿਰ ਉਹਨਾਂ ਦੀ ਮੁਲਾਕਾਤ ਰਾਹੁਲ ਦੇ ਨਾਲ ਕਰਾਉਂਦੇ ਆ ਜੀ ਲੇਕਿਨ ਜਦੋਂ ਯਸ਼ੋਧਰਾ ਦੱਸਦੀ ਕਿ ਇਹ ਤੁਹਾਡੇ ਪਿਤਾ ਆ ਜੀ ਤੇ ਰਾਹੁਲ ਕਹਿੰਦਾ ਮੇਰਾ ਪਿਤਾ ਤਾਂ ਮੈਂ ਸੁਧੋਧਨ ਨਹੀਂ ਆ, ਮੈਂ ਤਾਂ ਪਿਤਾ ਆਪਣਾ ਦੇਖਿਆ ਹੀ ਨਹੀਂ। ਜੀ ਦੇਖੋ ਕਿਉਂਕਿ ਉਹਨਾਂ ਨੂੰ ਸੁੱਤਿਆਂ ਪਿਆ ਨੂੰ ਜਦੋਂ ਜਾਂਦੇ ਆ ਜੀ ਹਾਂ ਤਾਂ ਇੱਥੇ ਫਿਰ ਤਥਾਗਤ ਬੁੱਧ ਜਿਹੜੇ ਆ ਉਹ ਯਸ਼ੋਧਰਾ ਦੀ ਕਹਿੰਦੇ ਆ ਕਿ ਅਗਰ ਯਸ਼ੋਧਰਾ ਨਾ ਹੁੰਦੀ, ਜੀ ਜੇ ਮੈਨੂੰ ਉਹਦਾ ਹੌਸਲਾ ਨਾ ਮਿਲਦਾ, ਜੀ ਅੱਜ ਜੋ ਮੈਂ ਸੱਚ ਦੀ ਖੋਜ ਕੀਤੀ ਹੈ ਯਸ਼ੋਧਰਾ ਕਰਕੇ ਕੀਤੀ ਹੈ। ਜੀ ਉੱਥੇ ਯਸ਼ੋਧਰਾ ਦਾ ਉਹ ਬੜਾ ਮਤਲਬ ਇੱਜ਼ਤ ਕਰਦੇ ਆ ਕਿ ਕਰਕੇ ਇੱਕ ਪਤਨੀ ਆ ਜਿਹਨੇ ਮੈਨੂੰ ਹਿੰਮਤ ਦਿੱਤੀ ਆ। ਜੀ ਤਾਂ ਉਹ ਫਿਰ ਯਸ਼ੋਧਰਾ ਜਿਹੜੇ ਰਾਹੁਲ ਨੂੰ ਕਹਿੰਦੀ ਹੈ ਕਿ ਉਹ ਤੁਹਾਡੇ ਪਿਤਾ ਹੈ, ਉਹ ਕਹਿੰਦੇ ਮੇਰੇ ਤਾਂ ਪਿਤਾ ਸੁਧੋਧਨ ਆ, ਬਾਬਾ ਸੁਧੋਧਨ ਆ। ਜੀ ਤਾਂ ਲੇਕਿਨ ਨਹੀਂ, ਉਹ ਕਹਿੰਦੇ ਵੀ ਇਹ ਤੁਹਾਡੇ ਪਿਤਾ ਆ। ਤੇ ਉਹਨਾਂ ਨੂੰ ਦਿਖਾਲਦੇ ਆ ਕਿ ਤੇ ਇਹ ਤਥਾਗਤ ਬੁੱਧ ਜਿਹੜੇ ਆ ਉਹ ਖਾਣਾ ਖਾ ਕੇ ਤੇ ਬੈਠੇ ਆ ਤੇ ਤਾਂ ਉਹਨੂੰ ਕਹਿੰਦੇ ਆ ਕਿ ਜਾ ਆਪਣੇ ਪਿਤਾ ਕੋਲ ਜਾ ਕੇ ਆਪਣੀ ਵਿਰਾਸਤ ਲੈ ਲਾ। ਜੀ ਉਹਦੇ ਕੋਲ ਬੜਾ ਵੱਡਾ ਖਜ਼ਾਨਾ ਆ। ਜੀ ਤੇ ਉਹ ਜਦੋਂ ਜਾਂਦੇ ਆ ਤੇ ਉਹ ਰਾਹੁਲ ਉਹਨਾਂ ਨੂੰ ਸਵਾਲ ਕਰਦਾ ਕਿ ਮੈਂ ਤੁਹਾਡਾ ਪੁੱਤਰ ਆ ਤੇ ਮੇਰੀ ਜਿਹੜੀ ਵਿਰਾਸਤ ਮੈਨੂੰ, ਤਾਂ ਕਹਿੰਦਾ ਮੇਰੇ ਕੋਲ ਬਹੁਤ ਵੱਡੀ ਵਿਰਾਸਤ ਹੈ, ਮੇਰੇ ਕੋਲ ਧਨ ਦੌਲਤ ਨਹੀਂ, ਲੇਕਿਨ ਧਨ ਦੌਲਤ ਤੋਂ ਉੱਪਰ ਵੀ ਵੱਡੀ ਵਿਰਾਸਤ ਆ ਵੀ ਉਹ ਜਿਹੜਾ ਖਜ਼ਾਨਾ ਕਦੇ ਖਤਮ ਹੋਣ ਵਾਲਾ ਨਹੀਂ, ਇੱਕ ਅਧਿਆਤਮਕ ਜੀ ਇਹ ਜੋ ਮੈਨੂੰ ਸੱਚ ਦੀ ਖੋਜ ਮਿਲੀ ਆ, ਧੰਮ ਦਾ ਰਸਤਾ ਆ ਜੀ। ਵੀ ਇਹ ਆ ਕੀ ਤੂੰ ਉਹ ਲੈਣਾ ਚਾਹੂੰਗਾ। ਜੀ ਤੇ ਫਿਰ ਉਹ ਰਾਹੁਲ ਨੇ ਦੇਖੋ 7 ਸਾਲ ਦਾ ਆ, ਉੱਥੇ ਫਿਰ ਕਹਿੰਦਾ ਇਹ ਪਿਤਾ ਮੈਂ ਉਹ ਹੀ ਖਜ਼ਾਨਾ ਲਾਊਂਗਾ, ਮੈਨੂੰ ਹੋਰ ਕੋਈ ਵਿਰਾਸਤ ਨਹੀਂ ਚਾਹੀਦੀ। ਉੱਥੇ ਫਿਰ ਰਾਹੁਲ ਜਿਹੜੇ ਆ ਉਹ ਵੀ ਮਤਲਬ ਉਹ ਆਪਣੇ ਧੰਮ ਦੇ ਵਿੱਚ ਰੁਚੀ ਰੱਖਣ ਲੱਗ ਪਏ। ਉੱਥੇ ਫਿਰ ਇਹਨਾਂ ਦੀ ਮੁਲਾਕਾਤ ਉੱਥੇ ਯਸ਼ੋਧਰਾ ਦੇ ਨਾਲ ਤੇ ਰਾਹੁਲ ਦੇ ਨਾਲ ਮੁਲਾਕਾਤ ਹੁੰਦੀ ਆ। ਜੀ ਤੇ ਇਹ ਮਤਲਬ ਇਹ ਰਾਜ ਮਹਿਲ ਦੀ ਘਟਨਾ ਹੈ। ਜੀ ਤਥਾਗਤ ਨੂੰ ਗ੍ਰਸਤੀ ਬਣਾਉਣ ਦਾ ਹੋਰ ਵੀ ਕੋਈ ਯਤਨ ਹੋਏ ਜਾਂ? ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਜ਼ਰੂਰ ਪੁੱਛੋਗੇ ਕਿਉਂਕਿ ਹਰ ਇੱਕ ਮਾਂ ਪਿਓ ਜਿਹੜਾ ਆ ਉਹ ਚਾਹੁੰਦਾ ਹੈ ਕਿ ਮੇਰੀ ਜਿਹੜੀ ਵਿਰਾਸਤ ਜਿਹੜੀ ਮੇਰਾ ਇਹ ਜਿਹੜੀ ਜੋ ਮੇਰੀ ਜਾਇਦਾਦ ਆ, ਜੋ ਮੇਰਾ ਰਾਜ ਆ, ਇਹ ਰਾਜ ਸੰਭਾਲਣ ਵਾਲਾ ਉਹਨਾਂ ਨੂੰ ਪੁੱਤ ਨਹੀਂ ਹੋਣਾ। ਜੀ ਰਾਜੇ ਦਾ ਫਿਰ ਬਸ ਨਹੀਂ ਚੱਲਦਾ। ਜੀ ਉਹ ਫਿਰ ਕੋਸ਼ਿਸ਼ ਕਰ ਰਿਹਾ ਕਿ ਜਦੋਂ ਤਥਾਗਤ ਉਹ ਮੁਲਾਕਾਤ ਤੋਂ ਚਲੇ ਜਾਂਦੇ ਆ ਨਾ ਜੀ ਤੇ ਮਤਲਬ ਰਾਜਾ ਸੁਧੋਧਨ ਜਿਹੜੇ ਆ ਬੜੇ ਭੁੱਬਾ ਮਾਰ ਕੇ ਰੋਏ ਕਿ ਮੇਰਾ ਪੁੱਤ ਮੇਰੇ ਸ਼ਹਿਰ ਦੇ ਵਿੱਚ ਆਇਆ, ਹੁਣ ਫੇਰ ਜਾ ਰਿਹਾ ਹੈ। ਜੀ ਤੇ ਲੇਕਿਨ ਫਿਰ ਉਹਨਾਂ ਦਾ ਜਿਹੜਾ ਮਨ ਆ ਉਹ ਟਿਕਾਣੇ ਵਿੱਚ ਨਹੀਂ ਆਉਂਦਾ। ਜੀ ਕਹਿੰਦਾ ਕਿਉਂ ਨਾ ਫਿਰ ਇੱਕ ਵਾਰੀ ਕੋਸ਼ਿਸ਼ ਕੀਤੀ ਜਾਵੇ। ਜੀ ਉਹ ਫਿਰ ਜਿਹੜਾ ਰਾਜ ਦਾ ਪੁਰੋਹਿਤ ਆ, ਜੀ ਜਿਹੜਾ ਉਹਨੂੰ ਪੁਰੋਹਿਤ ਰੱਖੇ ਹੁੰਦੇ ਸੀ, ਬ੍ਰਾਹਮਣ ਪੁਰੋਹਿਤ ਰੱਖੇ ਹੁੰਦੇ ਜੀ ਜੀ ਤਾਂ ਇੱਕ ਮੰਤਰੀ ਨੂੰ ਉਹਨਾਂ ਨੇ ਸਲਾਹ ਕਰਦੇ ਆ ਕਿ ਵੀ ਕੀ ਤੁਸੀਂ ਗੌਤਮ ਨੂੰ ਵਾਪਸ ਲਿਆ ਸਕਦੇ, ਬੁੱਧ ਨੂੰ ਲਿਆ ਸਕਦੇ ਆ। ਜੀ ਤੇ ਉਹ ਉਹਨਾਂ ਨੇ ਰਾਜੇ ਦਾ ਸੁਣ ਕੇ ਤਾਂ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਕੋਸ਼ਿਸ਼ ਕਰ ਸਕਦੇ ਹਾਂ। ਜੀ ਹੁਣ ਜਿਹੜਾ ਪੁਰੋਹਿਤ ਆ ਉਹ ਫਿਰ ਤਥਾਗਤ ਬੁੱਧ ਕੋਲ ਜਾਂਦੇ ਆ ਕਿ ਉਹਨਾਂ ਨੂੰ ਪੁੱਛਦੇ ਆ ਕਿ ਵੀ ਦੇਖੋ ਤੁਹਾਡੇ ਜੁਦਾਈ ਕਰਕੇ ਜਿਹੜਾ ਰਾਜਾ ਉਹ ਮਤਲਬ ਇੱਕ ਅੱਗ ਦੇ ਵਿੱਚ ਜਲ ਰਿਹਾ ਆ। ਜੀ ਕਿਉਂਕਿ ਤੁਹਾਡਾ ਵਿਛੋੜਾ ਜਿਹੜਾ ਉਹਨਾਂ ਤੋਂ ਚੱਲਿਆ ਨਹੀਂ ਜਾ ਰਿਹਾ, ਵੀ ਤੁਸੀਂ ਸੰਨਿਆਸ ਆ, ਕਿਉਂਕਿ ਜੰਗਲਾਂ ਤੋਂ ਲੋਕ ਜਾਂਦੇ ਆ, ਜੰਗਲਾਂ ਤੋਂ ਵਾਪਸ ਆ ਕੇ ਫਿਰ ਆ ਜਾਂਦੇ ਆ। ਜੀ ਤਾਂ ਤੁਸੀਂ ਮਤਲਬ ਆਪਣਾ ਰਾਜ ਭਾਗ ਸੰਭੋ, ਨਾਲੇ ਆਪਣੇ ਪ੍ਰਚਾਰ ਕਰ ਲਓ। ਜੀ ਤਾਂ ਲੇਕਿਨ ਤਥਾਗਤ ਆਪਣੇ
ਅਡੋਲਤਾ ਤੇ ਆ, ਕਹਿੰਦੇ ਵੀ ਤੁਸੀਂ ਮੈਨੂੰ ਇਹ ਲਾਲਚ ਨਾ ਦਿਓ। ਜੀ ਉਹਨਾਂ ਦੇ ਨਾਲ ਇੱਕ ਉਹਨਾਂ ਨੂੰ ਬੜੀਆਂ ਕਹਿੰਦੇ ਦੇਖੋ ਤੁਹਾਡੇ ਪਿਤਾ ਦਾ ਕੀ ਹਾਲ ਆ। ਇੱਕ ਜਿਹੜਾ ਰਾਜਾ ਸਾਕਿਆ ਦਾ, ਉਹ ਇੱਕ ਸਮੁੰਦਰ ਦੇ ਵਿੱਚ ਡੁੱਬਿਆ ਪਿਆ, ਜਿਹੜੀਆਂ ਉਹਦੀਆਂ ਲਹਿਰਾਂ ਆ ਭਾਵਨਾਵਾਂ ਦੀਆਂ ਉਹ ਬੜੀਆਂ ਉੱਚੀਆਂ ਉੱਠ ਰਹੀਆਂ। ਉਹਦਾ ਇੱਦਾਂ ਦਾ ਹਾਲ ਆ ਕਿ ਜਿਸ ਤਰ੍ਹਾਂ ਕਿ ਗਾਂ ਸਮੁੰਦਰ ਦੇ ਵਿੱਚ ਡੁੱਬ ਰਹੀ ਹੋਵੇ। ਜੀ ਫਿਰ ਉਹ 'ਤੇ ਵਾਸਤਾ ਪਾਉਂਦੇ ਆ ਕਿ ਦੇਖੋ ਤੁਹਾਡੀ ਮਾਤਾ ਜੀ ਵੀ ਉਹ ਪੁੱਤਰ ਦੇ ਵਿਛੋਗ ਦੇ ਵਿੱਚ ਇੰਨੀ ਦੁਖੀ ਆ ਜੀ ਤੇ ਉਹ ਮਤਲਬ ਇੰਨੇ ਦੁਖੀ ਆ ਜਿਸ ਤਰ੍ਹਾਂ ਇੱਕ ਗਾਂ ਆ, ਉਹਦਾ ਬਛੜਾ ਨਾ ਉਹਦੇ ਕੋਲ ਹੋਵੇ ਤਾਂ ਗਾਂ ਜਿਹੜੀ ਆ ਉਹ ਕਿੱਦਾਂ ਵਰਲਾਪ ਕਰਦੀ ਆ। ਇਸੇ ਤਰ੍ਹਾਂ ਉਹ ਇੱਕ ਮਾਂ ਦਾ ਕੀ ਹਾਲ ਆ। ਤੇ ਤੁਸੀਂ ਆਪਣਾ ਇਰਾਦਾ ਬਦਲੋ, ਆ ਜਾਓ। ਉਹਦੇ ਨਾਲ ਫਿਰ ਇੱਕ ਤੀਸਰਾ ਵਾਸਤਾ ਪਾਉਂਦੇ ਆ, ਉਹ ਕਹਿੰਦੇ ਯਸ਼ੋਧਰਾ ਦਾ ਖਿਆਲ ਕਰ ਲਓ ਜੀ ਕਿ ਉਹ ਦੇਖੋ ਉਹ ਇੱਕ ਵਿਆਹੀ ਹੋਈ ਵੀ ਵਿਧਵਾ ਦਾ ਜੀਵਨ ਬਤੀਤ ਕਰ ਰਹੀ ਆ ਜੀ। ਉਹ ਇਸ ਤਰ੍ਹਾਂ ਦਾ ਆ ਕਿ ਜਿੱਦਾਂ ਕਿ ਇੱਕ ਹੰਸਣੀ ਜਿਹੜੀ ਆ ਉਹ ਹੰਸ ਉਹਦੇ ਤੋਂ ਵਿਛੜ ਜਾਂਦਾ ਆ ਜੀ, ਉੱਦਾਂ ਦਾ ਉਹਦੀ ਹਾਲਤ ਹੋਈ ਆ ਜੀ। ਇੱਕ ਹਥਨੀ ਆ ਜਿਸ ਤਰ੍ਹਾਂ ਕਿ ਜੰਗਲ ਦੇ ਵਿੱਚ ਹਾਥੀ ਉਹ ਤੋਂ ਵਿਛੜ ਜਾਵੇ, ਇੱਦਾਂ ਦੀ ਹਾਲਤ ਉਹਦੀ ਹੋਈ ਆ। ਤੇ ਤਥਾਗਤ ਬੁੱਧ ਜਿਹੜੇ ਉਹ ਕਹਿੰਦੇ ਵੀ ਇਹ ਤੁਸੀਂ ਮੈਨੂੰ, ਕਿਉਂਕਿ ਇਹਨਾਂ ਦੁੱਖਾਂ, ਉਹ ਜਿਹੜੇ ਦੁਖੀ ਰਾਜਾ ਦੁਖੀ ਆ ਉਹ ਆਪਣੇ ਕਾਰਨਾਂ ਕਰਕੇ ਦੁਖੀ ਆ, ਉਹਦਾ ਮੇਰੇ ਵਿੱਚ ਮੋਹ ਆ, ਮੋਹ ਕਰਕੇ ਦੁਖੀ ਆ ਜੀ। ਤਾਂ ਮੈਂ ਨਹੀਂ ਉਹਨਾਂ ਦੇ ਦੁੱਖ ਦਾ ਕਾਰਨ ਜੀ। ਤਾਂ ਜੇ ਦੁਨੀਆ ਦੇ ਵਿੱਚ ਵਿਛੜਨਾ, ਮਰਨਾ, ਜੰਮਣਾ, ਮਰਨਾ, ਵਿਛੜਨਾ, ਕਹਿੰਦੇ ਇੱਕ ਕੁਦਰਤੀ ਚੀਜ਼ਾਂ ਹੁੰਦਾ ਹੀ ਰਹਿਣਾ। ਅੱਜ ਮੈਂ ਮਿਲ ਜਾਊਂਗਾ ਕਿ ਫੇਰ ਨਹੀਂ ਮੇਰੇ ਤੋਂ ਪਿਤਾ ਜੀ ਵਿਛੜ ਜਾਣਗੇ ਜੀ, ਜਾਂ ਮੈਂ ਪਿਤਾ ਜੀ ਤੋਂ ਨਹੀਂ ਵਿਛੜ ਸਕਦਾ ਜੀ। ਇਸੇ ਤਰ੍ਹਾਂ ਕਹਿੰਦਾ ਜਿੱਥੇ ਸੜਕ ਤੇ ਆਪਾਂ ਚੱਲਦੇ ਮੁਸਾਫਰ ਮਿਲਦੇ ਆ, ਥੋੜੀ ਦੇਰ ਬਾਅਦ ਉਹ ਵਿਛੜ ਜਾਂਦੇ ਆ ਜੀ, ਮਤਲਬ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਫਿਰ ਮੰਤਰੀ ਕੋਸ਼ਿਸ਼ ਕਰਦਾ ਜੀ। ਮੰਤਰੀ ਉਹਨੂੰ ਉਦਾਹਰਨਾਂ ਦਿੰਦਾ ਕਿ ਜਦੋਂ ਉਦੋਂ ਰਿਵਾਜ ਸੀਗਾ ਕਿ ਵੇਦਾਂ ਪੁਰਾਣਾਂ ਦਾ, ਉਪਨਿਸ਼ਦਾਂ ਦਾ, ਵੀ ਤੁਸੀਂ ਸੰਨਿਆਸੀ ਤੁਸੀਂ ਇਹ ਮਤਲਬ ਗ੍ਰਸਤੀ ਜੀਵਨ ਦੇ ਵਿੱਚ ਵੀ ਤੁਸੀਂ ਅਧਿਐਨ ਕਰਕੇ ਤੁਸੀਂ ਆਪਣਾ ਪ੍ਰਚਾਰ ਕਰ ਸਕਦੇ ਆ। ਨਹੀਂ ਮੰਨਦੇ, ਲੇਕਿਨ ਉਹਨਾਂ ਨੂੰ ਇੱਕ ਗਿਆਨ ਉਹ ਦਿੰਦਾ ਹੈ ਕਿ ਜਿੱਦਾਂ ਰੀਤੀ ਆ, ਕਹਿੰਦਾ ਵੀ ਇੱਕ ਜਿਹੜਾ ਪੁੱਤਰ ਆ ਜੀ, ਉਹ ਆਪਣੇ ਔਲਾਦ ਨੂੰ ਪੈਦਾ ਕਰਕੇ ਆਪਣੇ ਪਿਤਾ ਦਾ ਰਿਣ ਜਿਹੜਾ ਆ ਦੂਰ ਕਰਦਾ ਹੈ ਜੀ। ਫਿਰ ਕਹਿੰਦਾ ਕਿ ਜਿਹੜੇ ਵੇਦ ਪੜ੍ਹ ਕੇ ਉਹ ਇੱਕ ਆਪਣੇ ਰਿਸ਼ੀਆਂ ਦਾ ਰਿਣ ਪੂਰਾ ਕਰਦਾ ਹੈ ਜੀ। ਤਾਂ ਉਹ ਕਹਿੰਦਾ ਵੀ ਇਸੇ ਤਰ੍ਹਾਂ ਤੁਸੀਂ ਵੀ ਕਿਉਂ ਨਹੀਂ ਮਤਲਬ ਇਹ ਆਪਣੇ ਪਿਤਾ ਦੇ ਰਿਣੀ ਬਣੋ, ਵੀ ਤੁਸੀਂ ਅਧਿਆਤਮਕ ਜਿਹੜਾ ਆ ਉਹ ਬਾਅਦ ਦੇ ਵਿੱਚ ਤੁਸੀਂ ਕਰਦੇ ਰਹੋ ਜੀ। ਤਾਂ ਫਿਰ ਕਹਿੰਦਾ ਵੀ ਜਦੋਂ ਅਧਿਆਤਮਕ ਵੇਦਾਂ ਦਾ ਕਰਕੇ ਤਾਂ ਉਹ ਕਹਿੰਦਾ ਵੀ ਉਹ ਆਪਣੇ ਦੇਵਤਾ ਦਾ ਜਿਹੜਾ ਆ ਰਿਣ ਪੈ ਦੂਰ ਕਰਦਾ ਹੈ ਜੀ। ਤਥਾਗਤ ਤੇ ਫਿਰ ਕੁਝ ਅਸਰ ਨਹੀਂ ਹੁੰਦਾ, ਲੇਕਿਨ ਤਥਾਗਤ ਬਿਲਕੁਲ ਅਡੋਲ ਖੜੇ। ਉਹ ਕਹਿੰਦੇ ਵੀ ਨਹੀਂ, ਇਹ ਸਭ ਕੁਦਰਤੀ ਹੈ, ਸਭ ਕੁਝ ਨਾਸ਼ ਹੋਣ ਵਾਲਾ ਆ। ਮੈਂ ਜੋ ਸੱਚ ਦਾ ਰਸਤਾ ਆ, ਸੱਚ ਦੇ ਰਸਤੇ ਤੇ ਚੱਲਿਆ ਆ ਤੇ ਮੈਂ ਵਾਪਸ ਨਹੀਂ ਆ ਸਕਦਾ। ਉੱਥੇ ਫਿਰ ਉਹ ਦੇਖੋ ਕਿ ਕਿੰਨੀ ਸੋਹਣੀ ਗੱਲ ਤਥਾਗਤ ਕਹਿੰਦੇ ਆ, ਕਹਿੰਦੇ ਵੀ ਆ ਜਿਹੜੇ ਮਹਿਲ ਆ, ਮੈਨੂੰ ਤਾਂ ਲੱਗਦਾ ਕਿ ਮਹਿਲਾਂ ਦੇ ਵਿੱਚ ਅੱਗ ਲੱਗੀ ਹੋਈ ਹੈ, ਮੈਂ ਮੁੜ ਕੇ ਉਹਦੇ ਵਿੱਚ ਝੁਲਸਣਾ ਨਹੀਂ ਚਾਹੁੰਦਾ ਜੀ। ਆ ਜਿਹੜੀ ਤੁਸੀਂ ਕਹਿੰਦੇ ਵੀ ਮੈਨੂੰ ਇਹ ਇਸ ਤਰ੍ਹਾਂ ਦਾ ਭੋਜਨ ਦੇ ਰਹੇ ਆ ਕਿ ਇੱਕ ਬਿਮਾਰ ਜਿਹੜਾ ਆ ਉਹਨੂੰ ਨਾ ਹਜਮ ਹੋਣ ਵਾਲਾ ਭੋਜਨ ਦਿੱਤਾ ਜਾਵੇ ਤਾਂ ਬਿਮਾਰ ਨਹੀਂ ਠੀਕ ਨਹੀਂ ਹੋ ਸਕਦਾ ਜੀ। ਹੁਣ ਕਹਿੰਦਾ ਮੈਂ ਤੰਦਰੁਸਤ ਆ, ਮੈਨੂੰ ਕਿਉਂ ਕੋਈ ਇਦਾਂ ਦਾ ਲਾਲਚ ਦੇ ਰਹੇ ਆ ਜੀ। ਨਾਲ ਕਹਿੰਦਾ ਵੀ ਆ ਜਿਹੜੀਆਂ ਤੁਸੀਂ ਕਹਿੰਦੇ ਆ ਕਿ ਮੈਨੂੰ ਆ ਜਿਹੜੇ ਰਾਜ ਮਹਿਲ ਦੇ ਬਿਸਤਰ ਆ ਜੀ, ਕਹਿੰਦਾ ਮੈਨੂੰ ਤਾਂ ਲੱਗਦਾ ਕਿ ਇਹਨਾਂ ਦੇ ਉੱਪਰ ਕੰਡੇ ਆ ਜੀ। ਤੇ ਮਤਲਬ ਇਹ ਜਿਹੜੀਆਂ ਕਾਮ ਭੋਗ ਦੀਆਂ ਵਾਸ਼ਨਾਵਾਂ ਜਿਹੜੀਆਂ ਮੈਨੂੰ ਦੁਬਾਰਾ ਉਹਦੇ ਵਿੱਚ ਤੁਸੀਂ ਪਾ ਰਹੇ ਆ ਜੀ। ਤਾਂ ਇੱਥੇ ਫਿਰ ਉਹ ਰੋਲਟਾ ਉਹਨਾਂ ਦੀ ਬਣੀ ਰਹਿੰਦੀ ਆ। ਤਾਂ ਲੇਕਿਨ ਉਹਨਾਂ ਨੇ ਕੋਸ਼ਿਸ਼ ਕੀਤੀ ਗਈ, ਲੇਕਿਨ ਉਹਨਾਂ ਦਾ ਜਵਾਬ ਸੀ ਵੀ ਮੈਂ ਸੱਚ ਦੇ ਰਸਤੇ ਤੇ ਚੱਲਿਆ, ਮੈਂ ਦੁਨੀਆ ਨੂੰ ਇਹ ਸੱਚ ਦਾ ਰਸਤਾ ਦਿਖਾ ਕੇ ਦੁਨੀਆ ਨੂੰ ਦੁੱਖ ਤੋਂ ਮੁਕਤ ਕਰਨਾ, ਇਹ ਮੇਰਾ ਰਸਤਾ ਆ ਜੀ। ਤਾਂ ਫਿਰ ਉਹ ਆਪਣੇ ਧੰਮ ਦੇ ਪ੍ਰਚਾਰ ਤੇ। ਥੈਂਕ ਯੂ ਵੈਰੀ ਮੱਚ। ਤੇ ਹੁਣ ਆਪਾਂ ਵੀ ਧੰਮ ਵੱਲ ਨੂੰ ਵੱਧਦੇ ਹਾਂ। ਜਿਸ ਤਰ੍ਹਾਂ ਈਸਾ ਮਸੀਹ ਨੇ ਈਸਾਈਆਂ ਵਿੱਚ ਆਪਣਾ ਵੱਖਰਾ ਸਥਾਨ ਬਣਾ ਰੱਖਿਆ ਹੈ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ, ਰਾਈਟ। ਇਸੇ ਹੀ ਤਰ੍ਹਾਂ ਇਸਲਾਮ ਵਿੱਚ ਮੁਹੰਮਦ ਸਾਹਿਬ ਨੇ ਆਪਣਾ ਵੱਖਰਾ ਸਥਾਨ ਰੱਖਿਆ ਕਿ ਮੈਂ ਖੁਦਾਬੰਦ ਦਾ ਭੇਜਿਆ ਹੋਇਆ ਦੂਤ ਅਰਥਾਤ ਪੈਗੰਬਰ ਹਾਂ। ਇਸੇ ਤਰ੍ਹਾਂ ਤਥਾਗਤ ਬੁੱਧ ਨੇ ਆਪਣੇ ਧੰਮ ਵਿੱਚ ਆਪਣਾ ਕੀ ਸਥਾਨ ਰੱਖਿਆ, ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ? ਬਿਲਕੁਲ, ਤੁਹਾਡੀ ਚਲੀ ਸਾਹਿਬ ਗੱਲ ਦਰੁਸਤ ਹੈ ਕਿ ਜੇ ਤੁਸੀਂ ਅੱਜ ਦੀਆਂ ਉਸ ਸਮੇਂ ਦੀਆਂ ਵੀ ਆਸਥਾਵਾਂ ਤੇ ਹੁਣ ਦੀਆਂ ਆਸਥਾ ਦੇਖੋ ਤੇ ਉਹਨਾਂ ਦੇ ਜਿਹੜੇ ਬਾਨੀ ਹੋਏ ਆ ਨੇ, ਉਹਨਾਂ ਨੇ ਆਪਣਾ ਸਥਾਨ ਉੱਥੇ ਰੱਖਿਆ ਜੀ ਕਿ ਮੇਰੇ ਤੋਂ ਬਗੈਰ ਤੁਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਜੀ। ਤਾਂ ਇਹ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ, ਉੱਥੇ ਇੱਕ ਐਗਜ਼ਾਮਪਲ ਮੈਂ ਹੋਰ ਵੀ ਦੇਣਾ ਚਾਹਾਂਗਾ ਜੀ ਕਿ ਜਿਸ ਤਰ੍ਹਾਂ ਕਿ ਕ੍ਰਿਸ਼ਨ ਕਹਿੰਦਾ ਆ ਜੀ ਮੈਂ ਖੁਦ ਭਗਵਾਨ ਹਾਂ ਜੀ,
ਤੇ ਲੇਕਿਨ ਤਥਾਗਤ ਬੁੱਧ ਨੇ ਜਿਹੜਾ ਉਹਨਾਂ ਦਾ ਰਸਤਾ ਆ ਜੀ ਉਹਦੇ ਵਿੱਚ ਤਥਾਗਤ ਨੇ ਆਪਣੀ ਜਗ੍ਹਾ ਨਹੀਂ ਰੱਖੀ। ਹੁਣ ਧਰਮ ਨੂੰ ਤੇ ਆਪਣੇ ਆਪ ਨੂੰ ਵੱਖਰੇ ਰੱਖਿਆ। ਜੀ ਕਹਿੰਦੇ ਵੀ ਮੇਰੀ ਜਗ੍ਹਾ ਆ, ਧੰਮ ਦੀ ਜਗ੍ਹਾ ਧੰਮ ਦੀ ਜਗ੍ਹਾ ਆ। ਜੀ ਇੱਥੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਧੰਮ ਦੀ, ਇੱਥੇ ਮੈਂ ਅੱਗੇ ਵੀ ਗੱਲ ਦੱਸੀ ਸੀਗੀ ਤੇ ਵੀ ਬੁੱਧਾ ਨੂੰ ਨੇ ਇੱਕ ਮੈਸੇਜ ਦਿੱਤਾ ਕਿ ਹੂ ਸੀ ਮੀ ਜੀ ਆਈ ਡੋਂਟ ਸੀ ਹਿਮ, ਜੀ ਹੂ ਸੀ ਮਾਈ ਧੰਮਾ ਜੀ ਆਈ ਸੀ ਹਿਮ। ਜੀ ਉਹ ਕਹਿੰਦਾ ਮੇਰਾ ਧੰਮ ਆ ਜੀ ਸਾਰੀ ਦੀ ਸਾਰੀ ਜਿਹੜੀ ਉਹਨਾਂ ਦੀ ਮਹਾਨਤਾ ਉਹ ਧੰਮ ਤੇ ਰੱਖੀ ਉਹਨੇ। ਉਹ ਕਹਿੰਦੇ ਵੀ ਮੇਰੀ ਕੋਈ ਇਹਦੇ 'ਚ ਆਪਣੀ ਜਗ੍ਹਾ ਨਹੀਂ ਜੀ। ਇੱਥੇ ਮੈਂ ਤੁਹਾਨੂੰ ਇੱਕ ਉਸ ਸਮੇਂ ਦੀ ਗੱਲ ਜਿਹੜੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਜੋ ਕਦੇ ਵੀ ਮਤਲਬ ਜਗ੍ਹਾ ਨਹੀਂ ਦਿੱਤੀ। ਉਹ ਕਹਿੰਦੇ ਕਿ ਮੈਂ ਜਿਸ ਤਰ੍ਹਾਂ ਕਿ ਇੱਕ ਕੁਦਰਤੀ ਨਿਯਮਾਂ ਦੇ ਹਿਸਾਬ ਦੇ ਨਾਲ ਮਹਾਮਾਇਆ ਅਤੇ ਸੁਦੋਧਨ ਮੇਰੇ ਜਿਹੜੇ ਮਾਂ-ਬਾਪ ਸੀ ਉਹਨਾਂ ਦੀ ਇੱਕ ਔਲਾਦ ਪੈਦਾ ਹੋਇਆ ਜੀ। ਉਸੇ ਤਰ੍ਹਾਂ ਜਿੱਦਾਂ ਆਮ ਬੱਚੇ ਜਨਮਦੇ ਆ ਉਸੇ ਤਰ੍ਹਾਂ ਮੈਂ ਜਨਮਿਆ ਜੀ। ਲੇਕਿਨ ਇਹ ਆਪਣੀ ਮਿਹਨਤ ਜੀ ਦੇ ਨਾਲ ਅੱਜ ਜੋ ਮੈਂ ਧੰਮ ਦੇ ਚੱਲ ਰਿਹਾ ਹਾਂ, ਸਿੱਖਿਆ ਪ੍ਰਾਪਤ ਕਰ ਰਿਹਾ ਜੀ ਕੀਤੀ ਆ, ਜੋ ਖੋਜ ਕੀਤੀ ਆ ਵੀ ਆਪਣੀ ਮਿਹਨਤ ਦੇ ਨਾਲ ਕੀਤੀ ਆ ਜੀ। ਲੇਕਿਨ ਮੈਂ ਆਮ ਇਨਸਾਨ ਆ ਜੀ। ਮੇਰੀ ਧੰਮ ਜਿਹੜਾ ਆ ਇਹ ਮੇਰੀ ਖੋਜ ਆ, ਇਹ ਖੋਜ ਮੈਂ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦਾ ਆ ਜੀ। ਇੱਥੇ ਫਿਰ ਇੱਕ ਗੱਲ ਜਦੋਂ ਇਹ ਜਿਹੜੀ ਪਹਿਲੀ ਸੰਗਤੀ ਹੋਈ ਆ ਮਹਾਪਰਿਨਿਰਵਾਣ ਤੋਂ ਬਾਅਦ ਜੀ ਤੇ ਉਹ ਸੰਗਤੀ ਦੇ ਵਿੱਚ ਜਿਹੜੇ ਰਾਜਗ੍ਰਹਿ ਦੇ ਵਿੱਚ ਇਹ ਸੰਗਤੀ ਪਹਿਲੀ ਸੰਗਤੀ ਜਿਹੜੀ ਮਹਾਪਰਿਨਿਰਵਾਣ ਤੋਂ ਬਾਅਦ ਹੋਈ ਆ ਜੀ। ਉਹਦੇ ਵਿੱਚ ਜਿਹੜੇ ਮਹਾਨ ਭਿੱਖੂ ਸਨ ਮਹਾਕਾਸ਼ਯਪ ਜੀ। ਮਹਾਕਾਸ਼ਯਪ ਨੇ ਇਹ ਜਿਹੜੀ ਬੁੱਧਾ ਦਾ ਧੰਮ ਆ ਜੀ ਉਹਨੂੰ ਮਤਲਬ ਉਹਨਾਂ ਦਾ ਜਿਹੜਾ ਸੰਗਾਇਨ ਕੀਤਾ, ਉਹਦਾ ਸੰਗ੍ਰਹਿ ਕੀਤਾ, ਜਿੱਦਾਂ ਮਤਲਬ ਲਿਖਿਆ ਤਾਂ ਨਹੀਂ ਸੀ ਜੀ। ਉਹਨਾਂ ਤੋਂ ਉਹਨਾਂ ਨੇ ਆਨੰਦ ਕੋਲੋਂ ਕਰਵਾਇਆ ਜੀ ਕਿ ਉਹਦੇ ਬਾਰੇ ਜਿਹੜਾ ਤਥਾਗਤ ਦਾ ਬੁੱਧ ਦਾ ਜੋ ਧੰਮ ਆ ਉਹਦਾ ਸੰਗਾਇਨ ਕਰਨਾ ਆ ਵੀ ਆਨੰਦ ਨੂੰ ਕਿਹਾ ਉਹਨਾਂ ਨੇ ਜੀ। ਉਦੋਂ ਬਾਅਦ ਫਿਰ ਉਹ ਜਿਹੜਾ ਉਹਦਾ ਵਿਨੇ ਦਾ ਆ ਤੇ ਸੁਮਨ ਸਾਹਿਬ ਤੁਹਾਡੇ ਨਾਲ ਵਾਰਤਾ ਤਾਂ ਮੈਂ ਜ਼ਰੂਰ ਅੱਗੇ ਜਾਰੀ ਰੱਖਣੀ ਚਾਹੁੰਦਾ ਸੀ, ਲੇਕਿਨ ਜਿਹੜਾ ਟਾਈਮ ਉਹ ਆਪਣੀ ਤੋਰੇ ਤੁਰਿਆ ਜਾ ਰਿਹਾ ਔਰ ਖ਼ਤਮ ਹੋ ਰਿਹਾ। ਮੈਂ ਹੁਣ 2 ਹਫ਼ਤੇ ਵਾਸਤੇ ਮੇਰਾ ਜਿਹੜਾ ਆਈ ਵਿਲ ਬੀ ਆਊਟ ਆਫ ਦਾ ਕੰਟਰੀ, ਜਿਸ ਕਰਕੇ ਇਹ ਆ ਕਿ ਇਹ 2 ਹਫ਼ਤੇ ਹੁਣ ਜਿਹੜੇ ਅਗਲੇ ਪ੍ਰੋਗਰਾਮ ਆ ਇਸੇ ਵਿਸ਼ੇ ਦੇ ਉੱਤੇ ਸ਼੍ਰੀਮਤੀ ਰੇਖਾ ਪੌਲ ਜੀ ਔਰ ਮਨੋਹਰ ਲਾਲ ਬਿਰਦੀ ਜੀ ਲੈ ਕੇ ਆਇਆ ਕਰਨਗੇ। ਜਿਸ ਤਰ੍ਹਾਂ ਤੁਸੀਂ ਨੇ ਮੇਰਾ ਸਾਥ ਦਿੱਤਾ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਸਾਥ ਦੇਣਾ, ਉਹ ਇਸ ਲੜੀ ਨੂੰ ਅੱਗੇ ਜਾਰੀ ਰੱਖਣਗੇ। 29 ਮਈ ਨੂੰ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ ਬਹਿਰਗਾਮੋ ਦੇ ਨਾਲ ਗੁਰਲਾਗੋ ਇਟਲੀ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 125ਵੀਂ ਜਯੰਤੀ ਮਨਾਈ ਜਾ ਰਹੀ ਹੈ, ਜਿੱਥੇ ਕਿ ਉਹਨਾਂ ਨੇ ਮੈਨੂੰ ਸੱਦਿਆ ਹੋਇਆ ਹੈ। ਮੈਂ ਵੀ ਉੱਥੇ ਜਾਣਾ ਹੈ। ਸੋ 29 ਤਰੀਕ ਨੂੰ ਇਟਲੀ ਵਿਖੇ ਗੁਰਲਾਗੋ ਦੇ ਗੁਰੂ ਘਰ ਦੇ ਵਿੱਚ ਆਪ ਜੀ ਦੇ ਨਾਲ ਮੁਲਾਕਾਤ ਹੋਏਗੀ। ਉਸ ਦੇ ਨਾਲ ਹੀ ਡਾਕਟਰ BR ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ, ਉਹਨਾਂ ਦੇ ਜੋ ਨੁਮਾਇੰਦੇ ਹਨ ਸਰਬਜੀਤ ਸਿੰਘ ਬਿਰਕ ਜੀ, ਗਿਆਨ ਚੰਦ ਸੂਦ ਜੀ, ਲੇਖਰਾਜ ਜੱਖੂ ਜੀ, ਬਲਵਿੰਦਰ ਝੁੰਮਟ ਜੀ ਹੁਣਾਂ ਦਾ ਵੀ ਮੈਨੂੰ ਫ਼ੋਨ ਆਇਆ ਸੀ। ਉਹਨਾਂ ਨੂੰ ਪਤਾ ਲੱਗਿਆ ਕਿ ਮੈਂ 29 ਤਰੀਕ ਨੂੰ ਉੱਥੇ ਜਾ ਰਿਹਾ ਹਾਂ, ਤਾਂ ਉਹਨਾਂ ਨੇ ਕੋਈ ਦੱਸਦੇ ਆ ਕਿ 25-30 ਮੁੰਡੇ ਹਨ ਕਿ ਉਹ ਮਿਲਣਾ ਚਾਹੁੰਦੇ ਆ, ਉਹਨਾਂ ਨਾਲ ਵੀ ਮੈਂ ਜ਼ਰੂਰ ਮਿਲਾਂਗਾ। ਔਰ ਲੋਟਸ ਟੈਲੀਵਿਜ਼ਨ ਬਾਰੇ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਮੈਂ ਇੱਥੇ ਦਰਸ਼ਕਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਇਹ ਲੋਟਸ ਟੈਲੀਵਿਜ਼ਨ ਜੋ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਕਮੇਟੀ ਨੂੰ ਭੇਜੋ ਔਰ ਇਸ ਦੀ ਮਦਦ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਇਸ ਬਾਰੇ ਅਪੀਲ ਕਰਦੇ ਹਾਂ ਕਿ ਇਸ ਨੂੰ ਚਲਾਉਣ ਵਾਸਤੇ ਤੁਸੀਂ ਸਾਡੀ ਮਾਲੀ ਸਹਾਇਤਾ ਵੀ ਕਰੋ। ਇਸੇ ਲਈ ਮੈਂ ਇਟਲੀ ਵੀ ਉਹਨਾਂ ਦੇ ਪਾਸ ਜਾਵਾਂਗਾ ਔਰ ਜਿਨ੍ਹਾਂ ਨੂੰ ਮਿਲਾਂਗਾ ਉਹਨਾਂ ਪਾਸ ਵੀ ਮੈਂ ਆਪਣੀ ਇਹ ਅਪੀਲ ਨੂੰ ਲੈ ਕੇ ਜਾਵਾਂਗਾ। ਸੋ ਅੱਜ ਦਾ ਜੋ ਪ੍ਰੋਗਰਾਮ ਹੈ ਇੱਥੇ ਖਤਮ ਹੋਣ ਜਾ ਰਿਹਾ ਹੈ ਔਰ ਜੋ ਅਗਲੇ ਪ੍ਰੋਗਰਾਮ ਹਨ ਉਹ ਰੇਖਾ ਪੌਲ ਜੀ ਔਰ ਮਨੋਹਰ ਲਾਲ ਬਿਰਦੀ ਜੀ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਣਗੇ। ਨਮੋ ਬੁੱਧਾ, ਜੈ ਭੀਮ।